श्री वाहिगुरु साहिब जीओ। गुरु गरीब निवाज, धन वाहिगुरु। गावै को ताड़ होवै किसै ताड़, गावै को दात जानै निशान, गावै को गुण वड्याइयां चार, गावै को विद्या विखम विचार, गावै को साज करे तन खे, गावै को जी लै फिर दे, गावै को जापै दिसै दूर, गावै को विखै हादरा हदूर, कथना कथी न आवै टोट, कथ कथ कथी कोटि कोट कोट, दिंदा दे लैंदे थक पाह, जुगां जुगंतर खाही खाह, हुक्मी हुक्म चलाए राह, नानक विगसै वे परवाह, हुक्मी हुक्म चलाए राह, नानक विगसै वे परवाह। जुगो जुग अटल चवर शतर तख्त के मालक हाजरा हजूर सतगुरु शब्द गुरु धन गुरु गुरु ग्रंथ साहिब सच्चे पातशाह जी की पावन गोद विच सज बैठे समूह सत्कारयोग सत संगी जनों, भागां वाले हाँ जो इस वेले सतगुरां की पावन गोद विच बैठण दा मुबारक समा बनता है। सेवा कर रहे हाँ, बाणी पढ़ रहे हाँ। अकाल पुरख जी की मेहर है कि इस वेले सतगुरां की पावन गोद विच बैठ के सतगुरां की पावन निੱਘੀ गोद का निੱਘਾ आनंद मान रहे हैं। गुरु ग्रंथ साहिब की लड़ीवार विचार अज जप बाणी की तीसरी पौड़ी जो विचार अधीन रखी है, जिसका पाठ आप जी ने श्रवण किया है। आओ इस पौड़ी की विचार आरंभ करिए। विचार आरंभ करने तो पहला समुची संगत, मीडिया के राही देश विदेश में बैठे समूह सत संगी जन, आओ सतगुरु गुरु ग्रंथ साहिब सच्चे पातशाह जी की पावन हजूरी में हाज़री लवाइए। दास नूं आसीस बख्शो, गुर फतेह प्रवान करो। बुलाओ फतेह आखो, वाहिगुरु जी का खालसा वाहिगुरु जी की फतेह।
ਜਪ ਬਾਣੀ ਦੇ ਆਰੰਭ ਵਿੱਚ ਗੁਰੂ ਸਾਹਿਬ ਨੇ ਕਹਿ ਦਿੱਤਾ, ਕਿਵੇਂ ਸਚਿਆਰਾ ਹੋਈਐ ਕਿਵੇਂ ਕੂੜਾ ਟੁੱਟੈ ਪਾਲ। ਇਸ ਗੱਲ ਨੂੰ ਹਮੇਸ਼ਾ ਧਿਆਨ ਵਿੱਚ ਰੱਖਣਾ ਪਿਆਰਿਓ। ਅੱਗੇ ਅੱਗੇ ਸਾਰੀ ਬਾਣੀ ਸਮਝ ਆਉਂਦੀ ਜਾਊਗੀ, ਕਿਉਂਕਿ ਪਹਿਲੀ ਗੱਲ ਨੂੰ ਛੱਡਣਾ ਨਹੀਂ ਹੈ। ਪਹਿਲੀ ਗੱਲ ਧਿਆਨ ਵਿੱਚ ਹੋਊਗੀ ਤਾਂ ਦੂਜੀ ਸਮਝ ਆਊਗੀ, ਦੂਜੀ ਧਿਆਨ ਵਿੱਚ ਆਏ ਤਾਂ ਤੀਜੀ ਸਮਝ ਆਊਗੀ। ਲੜੀ ਨਾਲ ਲੜੀ ਜੁੜਦੀ ਜਾਊਗੀ। ਬਾਬਾ ਜੀ ਨੇ ਕਿਹਾ, ਕਹਿੰਦੇ ਕਿਵੇਂ ਸਚਿਆਰਾ ਹੋਈਐ ਕਿਵੇਂ ਕੂੜਾ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਫਿਰ ਗੁਰੂ ਸਾਹਿਬ ਜੀ ਨੇ ਹੁਕਮ ਦੀ ਗੱਲ ਕਰ ਦਿੱਤੀ। ਕਹਿੰਦੇ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲੇਖੋ ਦੋਖੋ ਸੋਖੋ ਪਾਈਐ। ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭਵਾਈਐ। ਹੁਕਮੈ ਅੰਦਰ ਸਭ ਕਉ ਬਾਹਰ ਹੁਕਮ ਨ ਕੋਇ, ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੈ ਨਾ ਕੋਈ। ਜਿਹੜਾ ਉਸਦੇ ਹੁਕਮ ਨੂੰ ਬੁੱਝ ਲੈਂਦਾ ਹੈ ਉਹ ਸਵਾਰਥੀ ਗੱਲਾਂ ਦਾ ਤਿਆਗ ਕਰ ਦਿੰਦਾ ਹੈ, ਹਉਮੈ ਦਾ ਤਿਆਗ ਕਰ ਦਿੰਦਾ ਹੈ। ਤੇ ਹੁਣ ਅਗਲੀ ਗੱਲ ਜਿਹੜੀ ਹੈ ਗੁਰੂ ਨਾਨਕ ਸਾਹਿਬ ਦੀ ਤੀਸਰੀ ਪੌੜੀ ਵਿੱਚ ਹੈ। ਲੋਕਾਂ ਦਾ ਤਰੀਕਾ ਅਲੱਗ-ਅਲੱਗ ਹੈ ਉਸ ਨੂੰ ਗਾਉਣ ਦਾ। ਬਸ ਇਸੇ ਤਰੀਕੇ ਵਿੱਚ ਲੋਕ ਇੱਕ ਦੂਜੇ ਨਾਲ ਲੜਦੇ ਪਏ ਆ, ਝਗੜਦੇ ਪਏ ਆ। ਤਰੀਕਾ ਦੇਖੋ, ਸਮਾਜ ਦਾ ਹਰ ਇੱਕ ਬੰਦੇ ਦਾ ਆਪੋ ਆਪਣਾ ਹੈ। ਤੇ ਗੁਰੂ ਸਾਹਿਬ ਜੀ ਨੇ ਉਹ ਸਾਰੀਆਂ ਗੱਲਾਂ ਕਰਕੇ ਅਖੀਰ ਇਹ ਗੱਲ ਬਿਆਨ ਕਰ ਦਿੱਤੀ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ। ਲਖਿਆ ਰੱਬ ਜੀ ਤੇਰਾ ਅੰਤ ਨਹੀਂ ਪੈ ਸਕਦਾ, ਤੂੰ ਕੁਦਰਤ ਦੇ ਵਿੱਚ ਹੀ ਰਹਿਣਾ। ਆ ਜਿਹੜੇ ਲੋਕ ਤੈਨੂੰ ਸਲਾਹ ਰਹੇ ਨੇ, ਤੇਰੀ ਵਡਿਆਈ ਕਰ ਰਹੇ ਨੇ, ਤੂੰ ਇਹਨਾਂ ਦੇ ਵਿੱਚ ਹੀ ਹੈ। ਆ ਜਿੰਨੇ ਅਸੀਂ ਬੈਠੇ ਹਾਂ ਸਾਡੇ ਵਿੱਚ ਹੀ ਰੱਬ ਬੈਠਾ। ਰੱਬ ਨੂੰ ਬਿਆਨ ਕਰਨ ਦਾ ਤਰੀਕਾ ਸਭ ਦਾ ਵੱਖੋ ਵੱਖਰਾ ਹੈ। ਹਰ ਕੋਈ ਆਪਣੇ ਤਰੀਕੇ ਨਾਲ ਅਖੀਰਲੀ ਗੱਲ ਕਹਿਣੀ ਚਾਹੁੰਦਾ ਹੈ। ਬਾਬਾ ਜੀ ਕਹਿੰਦੇ ਕੋਈ ਕਿਵੇਂ ਕਹੇ, ਜਿਵੇਂ ਜਿਹਦਾ ਜੀ ਕਰਦਾ ਰੱਬ ਬਾਰੇ ਕਹੇ, ਪਰ ਕਹਿੰਦੇ ਅੰਤ ਨਾ ਜਾਈ ਲਖਿਆ। ਪਰਮਾਤਮਾ ਜੀ ਤੇਰਾ ਅੰਤ ਕੋਈ ਨਹੀਂ ਪਾ ਸਕਿਆ ਤੇ ਨਾ ਕੋਈ ਪਾ ਸਕਦਾ। ਤੇ ਧਿਆਨ 'ਚ ਰੱਖਣਾ, ਅਸੀਂ ਅੰਤ ਪਾਉਣ ਵਾਸਤੇ ਰੱਬ ਦੀ ਵਡਿਆਈ ਨਹੀਂ ਕਰਨੀ। ਅਸੀਂ ਤੇ ਆਪਣੇ ਆਪ ਨੂੰ ਸਵਾਰਨ ਵਾਸਤੇ ਜਿੰਨਾ ਕਰ ਸਕਦੇ ਹਾਂ, ਮਹਾਰਾਜ ਕਿਰਪਾ ਕਰੀ ਅਸੀਂ ਆਪਣੇ ਆਪ ਨੂੰ ਸਵਾਰਨ ਜੋਗੇ ਹੋ ਜਾਈਏ। ਬਾਬੇ ਦੀ ਬਾਣੀ ਦਾ ਜ਼ਿਕਰ ਬੜਾ ਪਿਆਰਾ। ਫਰੀਦਾ ਜੇ ਤੂੰ ਅਕਲ ਲਤੀਫ, ਜੇ ਤੂੰ ਬਹੁਤਾ ਸਿਆਣਾ ਹੈ ਨਾ, ਜੇ ਤੈਨੂੰ ਬਹੁਤਾ ਚੱਜ ਹੈ, ਬਹੁਤਾ ਸਿਆਣਾ ਹੈ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ। ਆਪਨੜੇ ਗਿਰੀਵਾਨ ਮੈਂ ਹੈ ਸਿਰ ਨੀਵਾਂ ਕਰ ਵੇਖ। ਕਾਲੇ ਲੇਖ ਕਾਹਦੇ ਵਾਸਤੇ ਲਿਖਦਾ, ਭਾਵ ਕਿ ਬੁਰੇ ਕਰਮ ਕਾਹਦੇ ਵਾਸਤੇ ਕਰਦਾ ਹੈ। ਆਪਨੜਾ ਗਿਰੀਵਾਨ ਮੈਂ, ਦੂਜਿਆਂ ਵੱਲ ਝਾਕਣਾ ਬੰਦ ਕਰਕੇ ਆਪਣੇ ਅੰਦਰ ਝਾਤੀ ਮਾਰ, ਕਿਉਂਕਿ ਬਾਬੇ ਦੀ ਬਾਣੀ ਦਾ ਫੈਸਲਾ ਹੈ ਆਪ ਸਵਾਰੈ। ਆਪਣੇ ਆਪ ਨੂੰ ਸਵਾਰ ਲੈ। ਆਪ ਸਵਾਰੈ ਮੈਂ ਮਿਲਾਂ, ਮੈਂ ਮਿਲਿਆ ਸੁਖ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਤਾਂ ਸਭ ਜਗ ਤੇਰਾ ਹੋਏ। ਆਪਣੇ ਆਪ ਨੂੰ ਸਵਾਰ ਲੈ। ਜੇ ਤੂੰ ਆਪਣਾ ਆਪ ਸਵਾਰ ਲਿਆ, ਤੂੰ ਮੇਰਾ ਹੋ ਗਿਆ, ਤਾਂ ਸਾਰਾ ਜਗ ਤੇਰਾ ਹੋ ਜਾਏਗਾ। ਮਨ ਜੀਤੇ ਜਗ ਜੀਤ। ਗੱਲ ਕਲੀਅਰ ਹੈ। ਐਵੇਂ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਕਿ ਗੁਰੂ ਸਾਹਿਬ ਕੀ ਸਮਝਾ ਰਹੇ ਨੇ। ਗੁਰੂ ਤੋਂ ਪੁੱਛੋ, ਗੁਰੂ ਜੀ ਤੁਸੀਂ ਕੀ ਸਮਝਾ ਰਹੇ ਹੋ। ਗੁਰੂ ਜੀ ਨੇ ਕਿਤੇ ਇਹ ਗੱਲ ਦਾ ਜ਼ਿਕਰ ਨਹੀਂ ਕੀਤਾ ਦੂਜੇ ਨੂੰ ਸਵਾਰ। ਗੁਰੂ ਜੀ ਕਹਿੰਦੇ ਆਪਣੇ ਆਪ ਨੂੰ ਸੰਵਾਰ ਲੈ, ਰੱਬ ਮਿਲ ਜਾਏਗਾ। ਇੱਕ ਬੇਨਤੀ ਕਰਾਂ ਪਿਆਰਿਓ, ਜੇ ਤੁਹਾਨੂੰ ਪਤਾ ਹੈ, ਜੇ ਆਪਾਂ ਨੂੰ ਪਤਾ ਹੈ ਕਿਸੇ ਚੰਗੀ ਲਿਆਕਤ ਦਾ, ਚੰਗੇ ਗੁਣ ਦਾ, ਉਹ ਕਿਸੇ ਨਾਲ ਸਾਂਝਾ ਜ਼ਰੂਰ ਕਰੋ।
पर किसी की गारंटी ना लवो कि तुसी किसी नूं सुधार दोगे। ये तो कहते अपने आप कोई गुरु की हजूरी में आ जाए, महाराज कृपा कर देवे तो सुधर सकता, नहीं कोई किसी नूं नहीं बदल सकता। अपना आप बदल जे तू बदलदा, जिहड़ा तेरे हथ च। दूजे नूं बदलना नहीं, खुद नूं बदल, खुद नूं। दूजे नूं बदलना तेरे हथ च नहीं, पर खुद नूं बदल लेना, खुद नूं सवार लेना तेरे हथ च है। किसी के घर में जाके सफाई करना तेरे हाथ च नहीं, पर अपने घर में तो सफाई कर ही सकता है ना। अपना घर तो सवार के रख। अपने घर गंद वजिया होवे तो दूजियां नूं मत्तां दईए, अगला की कहूगा, अपना तो सवार ला, मेरे वाल फिर देख लई, तू मेरे तो की लेना है, अपना सवार। बाबा जी कहते आप सवार है, मैं मिला। जिस दिन तू अपना आप सवार लाएगा, उस दिन तेनों मैं मिल जावांगा। ते कोई भी मनुख किसी लिए कुछ नहीं करता, सारे लोग अपने लिए आप अपने वास्ते करते हैं, अपने लिए करते, दूजे लिए कोई कुछ नहीं करता। जे पैसा मैं अपने लिए कमा रहा तो पाठ भी तो मैं अपने लिए कर रहा, कथा भी तो मैं अपने लिए कर रहा, बाणी पढ़ भी तो मैं अपने लिए रहा, सुन भी तो मैं अपने लिए रहा, सेवा भी मैं तो अपने लिए कर रहा। कोई मनुख झाड़ू मारदा गुरुद्वारे, कोई मनुख भांडियां की सेवा करता है गुरुद्वारे, कोई कथा की सेवा करता है, कोई पाठ की सेवा करता है, कोई संगत रूप में बैठ के श्रवण करने की सेवा करता है। बाबा जी कहते ये तू अपने लिए कर रहे हैं, किसी दूजे लिए नहीं, क्योंकि एक कीती सेवा का फल तैनू मिलना, तेरी सेवा का फल किसी होर ने नहीं लै जाना। तेरे कीते कर्मां का फल तैनू मिलना है, किसी नूं थोड़ी मिलना। उदाहरण देवां एक, आपां अपने घर दे विच बैठे हाँ, भांडा टींडा खिंडिया होया है, रसोई विच बर्तन, कमरे विच कपड़े, बच्चों के खिडौने, बच्चों दी चीज़ां खिंडियां पुंडियां पईयां ने। आपां नूं फोन आ गया किसी रिश्तेदार का, बई मैं इत्थे आ गया तो मैं घरे आ जाना, तो मैं घरे आउणा, हुणे आ जाना 10 मिनटां नूं, अद्धे घंटे नूं, मैं फलानी थां ते। आपां की करदे हैं जी भला? सब तो पहला आपां अपने परिवार नूं दसदे हैं कि फलाना अपने घर आ रहा है, मासी आ रही है, चाची आ रही है, ताया आ रहा है, मामा नाना जो भी आ रहे। की करते हैं फिर आप? सब तो पहला आप अपने घर दियां खिंडियां चीज़ां नूं सवारते हैं, भांडे टींडे सवारते हैं, बैड साफ करते हैं, सोफियां ते कपड़े पे सोफे साफ करते हैं, थोड़ा बहुता झाड़ू ला देने। काहदे वास्ते? कि रिश्तेदार आ रहे हैं, किते वो आए ना कह देन यार इन्ना गंद पाई बैठे हो। सवार दिता। रिश्तेदार आया, कुछ पल कुछ समा बैठा है, चाह पीती है, वो चला गया। घर तुसीं अपना सवारिया सी, रिश्तेदार का की सवारिया बई? रिश्तेदार का कुछ नहीं सवारिया, पर उसदी आउण की वजह नाल तुहाडे घर दे विच सफाई हो गई। घर तो तुसीं उदां भी सवारदे हो, पर अज थोड़ा जिहा पहला सवार लिया, क्योंकि कोई आ रहा। किहदे लई सवारिया? कोई आ रहा तो देखेगा कि इन्हां ने गंद पाया, कोई ये ना कवे, इस करके सवारिया ना। अपने लिए सवारिया, उहदे लई थोड़ी सवारिया। असीं अपने घर दे विच कुर्ते पजामे किहो जिहे पाने, कपड़े किहो जिहे पाउने, पर जदों बाहर जाना होवे उदों किन्नी तैयारी लाने आ, शीशे मूड़े खड़ के बाथरूम 'च इशनान करते हैं, किन्ना कुछ करते हैं। काहदे लई? असीं फलाने थां जाना, कोई देखेगा तो आखेगा बहुत सोहने कपड़े पाए हैं। खर्चा मनुख काहदे लई करदा है? इसे लिए करदा ना, तेरे कोट चंगा पाया, तेरे बूट चंगे पाए आ, तेरे सूट चंगा पाया, तेरी चुन्नी बड़ी वधिया, तेरी पग बड़ी वधिया, कोई कवे सानू वेख के। मनुख अपने शरीर का शिंगार भी अपने लिए नहीं करता है, दूजियां लिए करता है। अपने घर की सफाई भी अपने लिए नहीं करता है, दूजियां लिए करता है। पर जिस दिन तुसी ये काम अपने लिए करन लग गए, उस दिन तुसी चकाचौंध वाली जिंदगी चों पासे हो के सादगी नूं अपना लोगे। तुहाडे घर विच हमेशा सफाई
ਤੇ ਤੁਹਾਡੇ ਤਨ ਦੀ ਤੇ ਕੱਪੜੇ ਲੀੜੇ ਦੀ ਹਮੇਸ਼ਾ ਸਫਾਈ ਰਹੇਗੀ। ਤੁਸੀਂ ਜਿਵੇਂ ਦੇ ਹੈਗੇ ਉਵੇਂ ਦੇ ਉੱਠ ਕੇ ਚਲੇ ਜਾਓਗੇ। ਮੈਂ ਬਹੁਤ ਸਾਰੇ ਗੁਰਸਿੱਖ ਵੇਖੇ ਆ ਜਿਹੜੇ ਜਿਵੇਂ ਦੇ ਹੁੰਦੇ ਉਵੇਂ ਦੇ ਉੱਠ ਕੇ ਚਲੇ ਜਾਂਦੇ। ਉਹਨਾਂ ਨੂੰ ਕਹੀਏ ਜੀ ਤਿਆਰ ਹੋ ਲਓ, ਕਹਿੰਦੇ ਤਿਆਰ ਹੋਣ ਨੂੰ ਕੀ ਆ, ਤਿਆਰ ਤਾਂ ਹੈਗੇ ਆ। ਗੁਰੂ ਦਾ ਸਿੱਖ ਪੱਗ ਬੰਨ੍ਹ ਲਈ ਤਿਆਰ ਬਰ ਤਿਆਰ ਹੈ, ਦਸਤਾਰ ਸਜਾ ਲਈ ਤਿਆਰ ਬਰ ਤਿਆਰ ਹੈ। ਇਹ ਉਦਾਹਰਣ ਦੇਣ ਦਾ ਮਕਸਦ ਇਹ ਕਿ ਮਨੁੱਖ ਆਪਣੇ ਲਈ ਘੱਟ ਦੂਜਿਆਂ ਲਈ ਵੱਧ ਕੰਮ ਕਰਦਾ ਹੈ ਕਿ ਮੈਨੂੰ ਕੋਈ ਵੇਖੇਗਾ, ਮੇਰੇ ਘਰ ਨੂੰ ਕੋਈ ਵੇਖੇਗਾ ਤੇ ਉਹ ਕੀ ਕਵੇਗਾ। ਤੇ ਗੁਰੂ ਸਾਹਿਬ ਜੀ ਕਹਿੰਦੇ ਵੀ ਇਹ ਸਮਾਜਿਕ ਰੀਤਾਂ, ਇਹ ਸਮਾਜਿਕ ਜ਼ਿੰਦਗੀ ਇਹ ਲੋਕਾਂ ਲਈ ਤੂੰ ਕਰ ਰਿਹਾ ਹੈ, ਪਰ ਧਿਆਨ ਰੱਖੀ ਧਰਮ ਦੀ ਦੁਨੀਆ ਵਿੱਚ ਵੀ ਤੂੰ ਲੋਕਾਂ ਲਈ ਕਰ ਰਿਹਾ, ਆਪਣੇ ਲਈ ਕੁਝ ਵੀ ਨਹੀਂ ਕਰ ਰਿਹਾ। ਸੋਚ, ਜੇ ਤੂੰ ਆਪਣੇ ਲਈ ਕਰੇਗਾ ਤੇਰੀ ਜ਼ਿੰਦਗੀ ਕੈਸੀ ਬਣ ਜਾਏਗੀ। ਅੱਜ ਤੈਨੂੰ ਲੋਕ ਸਲਾਹੁੰਦੇ ਨੇ ਤੇ ਕੱਲ੍ਹ ਨੂੰ ਤੈਨੂੰ ਗੁਰੂ ਸਲਾਵੇਗਾ, ਕਿੰਨਾ ਆਨੰਦ ਆਏਗਾ। ਜ਼ਿੰਦਗੀ ਬਦਲ ਜਾਏਗੀ, ਜ਼ਿੰਦਗੀ ਬਦਲ ਜਾਏਗੀ। ਆਪ ਸਵਾਰੈਂ ਖੁਦ ਨੂੰ ਸਵਾਰ, ਮੈਂ ਮਿਲਾਂ ਮੈਂ ਮਿਲ ਜਾਵਾਂਗਾ। ਤੂੰ ਪਾਠ ਕੀਤਾ ਹੈ, ਸੇਵਾ ਕੀਤੀ ਹੈ, ਕਿਸੇ ਲਈ ਨਹੀਂ ਆਪਣੇ ਲਈ। ਪਰ ਮਨੁੱਖ ਕਿਸੇ ਲਈ ਕਰ ਰਿਹਾ, ਕੋਈ ਮੈਨੂੰ ਵੇਖੇਗਾ, ਕੋਈ ਵੇਖੇਗਾ, ਦਿਖਾਵਾ ਕਰਦਾ ਹੈ। ਆਪਣੇ ਲਈ ਕਰ, ਘੱਟ ਕਰ ਵੱਧ ਕਰ, ਆਪਣੇ ਲਈ ਕਰ, ਜਿੰਨਾ ਸਮਾਂ ਆਪਣੇ ਲਈ ਕਰ, ਇਮਾਨਦਾਰੀ ਆਪਣੇ ਲਈ ਕਰ, ਆਪਣੇ ਜੀਵਨ ਨੂੰ ਸੋਹਣਾ ਚੱਜ ਆਚਾਰ ਆਪਣੇ ਲਈ ਸਿੱਖ। ਬਾਬਾ ਜੀ ਕਹਿੰਦੇ ਤੂੰ ਸਮਾਜ ਨੂੰ ਦੁਨੀਆ ਨੂੰ ਖੁਸ਼ ਕਰਦਾ ਕਰਦਾ ਆਪਣੀ ਜ਼ਿੰਦਗੀ ਬਰਬਾਦ ਕਰਕੇ ਤੁਰ ਜਾਣਾ ਭਲਿਆ, ਆਪਣੇ ਆਪ ਨੂੰ ਕਦੇ ਸਵਾਰਿਆ ਨਹੀਂ। ਜੇ ਤੂੰ ਇੰਨਾ ਹੀ ਚੰਗਾ ਤੇ ਸਿਆਣਾ ਤੇ ਸਮਝਦਾਰ ਹੈ, ਦੂਜਿਆਂ ਵੱਲ ਝਾਤੀ ਮਾਰਨਾ ਬੰਦ ਕਰਕੇ ਆਪਣੇ ਅੰਦਰ ਅੱਖਾਂ ਨੂੰ ਮੋੜ, ਤੇਰੇ ਅੰਦਰ ਵੇਖ ਕਿੰਨੀ ਗੰਦਗੀ ਭਰੀ ਹੋਈ ਹੈ। ਇਸ ਗੰਦਗੀ ਨੂੰ ਸਾਫ਼ ਕਰ। ਦੂਜਾ ਨਿੰਦਿਆ ਕਰਦਾ, ਚੁਗਲੀ ਕਰਦਾ, ਬੜਾ ਭੈੜਾ ਹੈ, ਗਾਲਾਂ ਕੱਢਦਾ, ਮਾੜਾ ਬੋਲਦਾ, ਐ ਨਾ ਵੇਖ, ਐ ਵੇਖ ਕਿ ਤੂੰ ਕਿੱਥੇ ਖਲੋਤਾ ਹੈ, ਤੂੰ ਕਿੱਥੇ ਖਲੋਤਾ। ਆਪਣੇ ਆਪ ਨੂੰ ਧਿਆਨ ਵਿੱਚ ਰੱਖ। ਤੇ ਗੁਰੂ ਸਾਹਿਬ ਨੇ ਤੀਸਰੀ ਪੌੜੀ ਦੇ ਵਿੱਚ ਇਹੀ ਗੱਲ ਕਹੀ ਹੈ ਕਿ ਮਨੁੱਖ ਇਸ ਸੰਸਾਰ ਦੇ ਵਿੱਚ ਰਹਿੰਦਾ ਹੋਇਆ ਆਪਣੇ ਆਪਣੇ ਤਰੀਕੇ ਨਾਲ ਉਸ ਪਰਮਾਤਮਾ ਦੀ ਹੋਂਦ ਦੀ ਗੱਲ ਕਰਦਾ ਹੈ, ਵਡਿਆਈ ਦੀ ਗੱਲ ਕਰਦਾ ਹੈ, ਪਰ ਕੋਈ ਵੀ ਪੂਰਾ ਨਹੀਂ। ਪਰ ਜਿੰਨਾ ਵੀ ਕੋਈ ਕਰ ਰਿਹਾ ਹੈ ਉਹ ਆਪਣੇ ਲਈ ਕਰ ਰਿਹਾ, ਉਹ ਕਿਸੇ ਹੋਰ ਲਈ ਨਹੀਂ ਕਰ ਰਿਹਾ। ਜੇ ਤੂੰ ਆਪਣੇ ਲਈ ਕਰੇਗਾ ਤਾਂ ਠੀਕ ਹੈ, ਜੇ ਬੇਗਾਨੇ ਕਿਸੇ ਹੋਰ ਲਈ ਕਰੇਗਾ ਤਾਂ ਵਿਖਾਵਾ ਹੀ ਹੈ, ਹੋਰ ਕੁਝ ਨਹੀਂ। ਆਪਣੇ ਲਈ ਕਰ ਸੇਵਾ, ਆਪਣੇ ਲਈ ਕਰ ਸਿਮਰਨ, ਆਪਣੇ ਲਈ ਕਰ ਬੰਦਗੀ, ਆਪਣੇ ਲਈ ਪੜ੍ਹ ਬਾਣੀ, ਆਪਣੇ ਲਈ ਪੜ੍ਹ ਅਰਥ ਬਾਣੀ ਦੇ, ਆਪਣੇ ਜੀਵਨ ਵਿੱਚ ਚੱਜ ਆਚਾਰ ਸਿੱਖ, ਖੁਦ ਨੂੰ ਸ੍ਰੇਸ਼ਟ ਬਣਾ ਤਾਂ ਕਿ ਤੈਨੂੰ ਵੇਖ ਕੇ ਕੋਈ ਬਦਲੇ, ਤੈਨੂੰ ਵੇਖ ਕੇ ਕੋਈ ਬਦਲੇ, ਤੈਨੂੰ ਕਿਸੇ ਨੂੰ ਕਹਿਣਾ ਨਾ ਪਵੇ। ਹਾਂ, ਜੇਕਰ ਤੈਨੂੰ ਸਮਝ ਹੈ ਕਿਸੇ ਗੱਲ ਦੀ, ਉਹ ਸਮਾਜ ਵਿੱਚ ਰੌਲਾ ਪਾ ਕੇ ਦੱਸਣ ਦਾ ਕੋਈ ਡਰ ਨਹੀਂ। ਪਰ ਹਾਂ, ਆਪ ਪੂਰਾ ਹੋਣਾ ਚਾਹੀਦਾ ਹੈ, ਆਪ ਪੂਰਾ ਹੋਣਾ। ਗੁਰੂ ਨਾਨਕ ਸਾਹਿਬ ਨੇ ਵੀ ਦੁਨੀਆ ਨੂੰ ਸਮਝਾਇਆ ਹੈ, ਬਾਬਾ ਕਬੀਰ ਸਾਹਿਬ ਨੇ ਵੀ ਦੁਨੀਆ ਨੂੰ ਸਮਝਾਇਆ ਹੈ, ਲੋਕਾਂ ਨੂੰ ਸਮਝਾਇਆ ਹੈ, ਬਾਬਾ ਰਵਿਦਾਸ ਜੀ ਨੇ ਵੀ ਦੁਨੀਆ ਨੂੰ ਸਮਝਾਇਆ ਹੈ। ਕਿੰਨੇ ਭਗਤ ਨੇ, ਕਿੰਨੇ ਭੱਟ ਨੇ, ਬਾਣੀ ਗੁਰੂਆਂ ਦੀ ਹੈ, 35 ਮਹਾਂਪੁਰਖਾਂ ਦੀ ਬਾਣੀ, 35 ਦੇ 35 ਮਹਾਂਪੁਰਖ ਦੁਨੀਆ ਨੂੰ ਸਮਝਾਉਣ ਦੇ ਮਾਰਗ ਤੇ ਚੱਲੇ ਨੇ ਤਾਂ ਕਿ ਸਮਾਜ ਸਾਡਾ ਸਿੱਧੇ ਰਾਹ ਤੇ ਤੁਰ ਪਵੇ। ਜੇ ਪਤਾ ਹੈ ਤੇ ਇਹ ਕਰਮ ਕਰ, ਜਿੰਨਾ ਪਤਾ ਹੈ ਉਹਨਾਂ ਦੱਸ, ਪਰ ਇਹ ਨਹੀਂ ਕਿ ਸਿਰਫ ਦੱਸਦਾ ਹੀ ਰਵੇਂ, ਖੁਦ ਉਸ ਤੇ ਅਮਲ ਨਾ ਕਰੇ, ਕੜਛੀ ਨਾ ਬਣੀ, ਭੋਜਨ ਖਾਣ ਵਾਲਾ ਬਣੀ। ਬਾਬੇ ਦੇ ਬੋਲ ਦੇਖੋ ਕਿੰਨੇ ਪਿਆਰੇ ਨੇ ਤੀਸਰੀ ਪੌੜੀ ਦੇ ਵਿੱਚ। ਕਹਿੰਦੇ ਗਾਵੈ ਕੋ ਦਾਤ, ਗਾਵੈ ਕੋ ਤਾਨ, ਹੋਵੈ ਕਿਸੈ ਤਾਨ। ਕਹਿੰਦੇ ਕੋਈ ਪਰਮਾਤਮਾ ਨੂੰ ਇਸ ਤਰੀਕੇ ਨਾਲ ਗਾ ਰਿਹਾ। ਇਹ ਸਾਡੀ ਗੱਲ ਹੈ, ਸਾਡੀ ਗੱਲਬਾਤ ਗੁਰੂ ਨਾਨਕ ਸਾਹਿਬ ਨੇ ਕੀਤੀ ਹੈ। ਕਹਿੰਦੇ ਲੋਕ, ਦੁਨੀਆ ਆਪਣੇ ਆਪਣੇ ਤਰੀਕੇ ਨਾਲ ਰੱਬ ਨੂੰ ਗਾ ਰਹੀ ਹੈ। ਗਾਵੈ ਕੋ ਤਾਨ, ਹੋਵੇ ਕਿਸੈ ਤਾਨ। ਕਹਿੰਦੇ ਕੋਈ ਪਰਮਾਤਮਾ ਨੂੰ ਇਸ ਤਰੀਕੇ ਨਾਲ ਗਾ ਰਿਹਾ ਕਿ ਪਰਮਾਤਮਾ ਵਿੱਚ ਬਲ ਬੜਾ ਹੈ। ਤਾਨ ਦਾ ਅਰਥ ਹੈ ਬਲ। ਰੱਬ ਦੇ ਵਿੱਚ ਬਲ ਬੜਾ ਹੈ, ਬੜੀ ਸ਼ਕਤੀ ਹੈ, ਸਮਰੱਥਾ ਬੜੀ ਹੈ।
ਆਪਾਂ ਆਮ ਹੀ ਦੇਖਦੇ ਆ ਨਾ, ਜਦੋਂ ਗੱਲਾਂ ਕਰਦੇ ਆ, ਤੈਨੂੰ ਦੇਖੂਗਾ ਪ੍ਰਮਾਤਮਾ, ਕੋਈ ਨਹੀਂ, ਪ੍ਰਮਾਤਮਾ ਬਹੁਤ ਸਮਰੱਥ ਹੈ, ਸਮਾਂ ਆਊਗਾ ਤੇਰਾ ਹਿਸਾਬ ਕਿਤਾਬ ਤੇ ਪ੍ਰਮਾਤਮਾ ਹੀ ਕਰੂਗਾ। ਜੇ ਕੋਈ ਬਹੁਤੀ ਅੱਤ ਚੁੱਕ ਲਏ ਤੇ ਆਪਾਂ ਕਹਿ ਦਿੰਦੇ ਆ ਕੋਈ ਗੱਲ ਨਹੀਂ, ਪ੍ਰਮਾਤਮਾ ਇਹਨੂੰ ਵੇਖੂਗਾ। ਭਾਵ ਕਿ ਅਸੀਂ ਕੀ ਸੋਚ ਰਹੇ ਹਾਂ ਕਿ ਪ੍ਰਮਾਤਮਾ 'ਚ ਬਲ ਬੜਾ ਹੈ। ਕੋਈ ਇਸ ਤਰੀਕੇ ਨਾਲ ਗਾ ਰਿਹਾ, ਪ੍ਰਮਾਤਮਾ ਜਿੰਨਾ ਤਾਣ ਕਿਸੇ ਹੋਰ ਵਿੱਚ ਨਹੀਂ ਹੈ, ਸਮਰੱਥਾ ਕਿਸੇ ਹੋਰ ਵਿੱਚ ਨਹੀਂ ਹੈ। ਅਸੀਂ ਇਹੋ ਜਿਹੇ ਸ਼ਬਦ ਵਰਤਦੇ ਹਾਂ ਕਿ ਉਸ ਤੋਂ ਵੱਡੀ ਸਮਰੱਥਾ ਵਾਲਾ ਕੋਈ ਹੋਰ ਨਹੀਂ ਹੈ। ਪ੍ਰਮਾਤਮਾ ਦੇ ਪ੍ਰਤੀ, ਪ੍ਰਮਾਤਮਾ ਦੇ ਬਲ ਪ੍ਰਤੀ ਅਸੀਂ ਇਹੋ ਜਿਹੇ ਸ਼ਬਦ ਕਿ ਮਹਿਸੂਸ ਹੁੰਦਾ ਕਿ ਪ੍ਰਮਾਤਮਾ ਤੋਂ ਵੱਡਾ ਸ਼ਕਤੀਸ਼ਾਲੀ ਕੋਈ ਨਹੀਂ। ਸਾਡੀਆਂ ਗੱਲਾਂ 'ਚ ਪ੍ਰਤੀਤ ਹੁੰਦਾ ਕਿ ਪ੍ਰਮਾਤਮਾ ਵੇਖੂਗਾ। ਕਹਿਣ ਤੋਂ ਭਾਵ ਕੋਈ ਗਾ ਰਿਹਾ ਹੈ, ਉਹ ਤਾਕਤ ਵਾਲਾ ਹੈ, ਸਮਰੱਥਾ ਵਾਲਾ ਹੈ। ਗਾਵੇ ਕੋ ਦਾਤ ਜਾਣੈ ਨਿਸ਼ਾਨ, ਤੇ ਕੋਈ ਇਸ ਕਰਕੇ ਗਾ ਰਿਹਾ ਕਿ ਪ੍ਰਮਾਤਮਾ ਨੇ ਦੇਖੋ ਸਾਨੂੰ ਕਿੰਨੀਆਂ ਦਾਤਾਂ ਦਿੱਤੀਆਂ। ਆਹ ਗੱਡੀ ਮੈਨੂੰ ਪ੍ਰਮਾਤਮਾ ਨੇ ਦਿੱਤੀ ਹੈ, ਘਰ ਮੈਨੂੰ ਪ੍ਰਮਾਤਮਾ ਨੇ ਦਿੱਤਾ। ਕੀਤੀ ਹੋਈ ਕਮਾਈ ਦੇ ਵਿੱਚੋਂ ਜੋ ਸਾਡੇ ਕੋਲ ਸੰਸਾਧਨ ਨੇ, ਜਨ ਸਾਧਨ ਹੈ, ਉਹਨਾਂ ਸਾਧਨਾਂ ਨੂੰ ਅਸੀਂ ਸਮਝ ਰਹੇ ਹਾਂ ਕਿ ਪ੍ਰਮਾਤਮਾ ਨੇ ਬਖਸ਼ੇ। ਅਸੀਂ ਇਸ ਤਰੀਕੇ ਨਾਲ ਗਾ ਰਹੇ ਹਾਂ। ਇਹ ਸਾਡੀ ਸੋਚ ਹੈ। ਪ੍ਰਮਾਤਮਾ ਨੇ ਆ ਦੇਖੋ ਸੋਫਾ ਲਿਆਂਦਾ, ਮਹਾਰਾਜ ਦੀ ਕਿਰਪਾ ਨਾਲ ਸੋਫਾ ਲੈ ਆਏ ਆ। ਆ ਮਹਾਰਾਜ ਦੀ ਕਿਰਪਾ ਨਾਲ ਬੜੇ ਚਿਰ ਦੀ ਰੀਸ ਸੀ ਬੈੱਡ ਲਿਆਉਣਾ ਸੀ, ਇਹ ਬੈੱਡ ਵੀ ਲੈ ਆਏ। ਮਹਾਰਾਜ ਦੀ ਕਿਰਪਾ ਦੇ ਨਾਲ ਮੋਟਰਸਾਈਕਲ ਵੀ ਲੈ ਲਿਆ ਆਪਾਂ। ਮਹਾਰਾਜ ਦੀ ਕਿਰਪਾ ਨਾਲ ਆਹ ਪਲਾਂਟ ਆਪਣਾ ਬੜਾ ਚਿਰ ਦਾ ਇਹ ਤੇ ਅੱਖ ਸੀ, ਪਰ ਇਹ ਵੀ ਖਰੀਦ ਲਿਆ। ਭਾਵ ਕਿ ਦੁਨਿਆਵੀ ਚੀਜ਼ਾਂ ਦੀ ਖਰੀਦੋ ਫਰੋਖਤ ਦੇ ਨਾਲ ਉਸ ਪ੍ਰਮਾਤਮਾ ਦੀ ਜਿਹੜੀ ਬਖਸ਼ਿਸ਼ ਹੈ ਉਹਦੀ ਤੁਲਨਾ ਕਰਦੇ। ਆਹ ਦੇਖੋ ਆ ਵੀ ਮੈਨੂੰ ਪ੍ਰਮਾਤਮਾ ਨੇ ਦਿੱਤਾ, ਆ ਵੀ ਮੈਨੂੰ ਪ੍ਰਮਾਤਮਾ ਨੇ ਦਿੱਤਾ, ਇਹ ਵੀ ਮੈਨੂੰ ਪ੍ਰਮਾਤਮਾ ਨੇ ਦਿੱਤਾ। ਇਹ ਸਾਡੀ ਗੱਲ ਹੈ, ਅਸੀਂ ਐਵੇਂ ਕਰਦੇ ਹਾਂ, ਅਸੀਂ ਐਵੇਂ ਕਰਦੇ ਹਾਂ। ਗੁਰੂ ਨਾਨਕ ਸਾਹਿਬ ਦਾ ਸਿਧਾਂਤ ਅੱਗੇ ਜਾ ਕੇ ਦੇਖਣਾ ਕਿੰਨੇ ਕਮਾਲ ਦਾ। ਭਾਈ ਗੁਰਦਾਸ ਜੀ ਦੀ ਪੌੜੀਆਂ ਪੜ੍ਹ ਲਓ, ਕਵਿਤ ਪੜ੍ਹ ਲਓ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਲਓ। ਇਹਦੇ ਵਿੱਚ ਇੱਕ ਗੱਲ ਬੜੇ ਗਜ਼ਬ ਦੀ ਹੈ। ਗੁਰੂ ਸਾਹਿਬ ਨੇ ਪਹਿਲਾਂ ਲੋਕਾਂ ਦੀ ਗੱਲ ਕਰਕੇ ਫਿਰ ਅੰਤ ਆਪਣਾ ਸੁਝਾਅ ਦੇਤਾ ਵੀ ਐਵੇਂ ਨਹੀਂ, ਐਂ ਆ। ਪਰ ਅਸੀਂ ਉੱਥੋਂ ਤੱਕ ਪਹੁੰਚਦੇ ਨਹੀਂ। ਅਸੀਂ ਪਹਿਲੀਆਂ ਇੱਕ ਦੋ ਤੁਕਾਂ ਨੂੰ ਸਮਝ ਲਿਆ, ਚਲੋ ਠੀਕ ਹੈ ਜੀ, ਪਰ ਜਿਹੜਾ ਅੰਤਲਾ ਸਿਧਾਂਤ ਹੈ ਗੁਰੂ ਸਾਹਿਬ ਦਾ, ਉਸ ਨੂੰ ਅਸੀਂ ਵਿਚਾਰਿਆ ਨਹੀਂ। ਇਸੇ ਵਜ੍ਹਾ ਕਰਕੇ ਬਹੁਤ ਸਾਰੀਆਂ ਮਨੋਕਲਪਿਤ ਕਹਾਣੀਆਂ, ਮਨੋਕਲਪਿਤ ਗੱਲਾਂ, ਆਪਣੇ ਮਨ ਦੀ ਹੀ ਕੀਤੀ ਹੋਈ ਵਿਚਾਰ ਜਿਹੜੀ ਆ ਲੋਕਾਂ ਵਿੱਚ ਸੁਣੀ ਸੁਣਾਈ ਪ੍ਰਚਲਿਤ ਹੋ ਗਈ। ਕੋਈ ਕਿਵੇਂ ਕਹਿੰਦਾ ਹੈ, ਕੋਈ ਕਿਵੇਂ ਕਹਿੰਦਾ। ਜਿਵੇਂ ਉਦਾਹਰਨ ਦੇ ਦਿੰਦਾ ਇੱਕ ਹੋਰ, ਆਪਾਂ ਗੱਡੀ ਉੱਤੇ ਲਿਖ ਲੈਂਦੇ ਆ ਏ ਭੀ ਦਾਤ ਤੇਰੀ ਦਾਤਾਰ, ਲਿਖ ਲਿਆ ਗੱਡੀ ਤੇ। ਆਪਾਂ ਕੀ ਕਹਿ ਦਿੰਦੇ ਆ, ਇਹ ਰੱਬ ਦੀ ਬਖਸ਼ਿਸ਼ ਹੈ। ਨਹੀਂ। ਘਰ ਤੇ ਲਿਖ ਲਿਆ, ਨਹੀਂ। ਕਹਿੰਦੇ ਜਿਸ ਦਿਨ ਇਸ ਤੁਕ ਵਾਲੀ ਦਾਤ ਤੇਰੇ ਘਰ ਆਊਗੀ, ਉਸ ਦਿਨ ਤੇਰੇ ਘਰ ਵਿੱਚ ਰਹਿਣਾ ਕੱਖ ਨਹੀਂ। ਧਿਆਨ ਰੱਖੀ, ਜਿਹੜੇ ਹਿਸਾਬ ਨਾਲ ਤੂੰ ਲਿਖੀ ਬੈਠੀ। ਫਿਰ ਇਹਦਾ ਮਤਲਬ ਕੀ ਹੈ? ਕੇਤਿਆਂ ਦੁਖ ਭੂਖ ਸਦ ਮਾਰ, ਏ ਭੀ ਦਾਤ ਤੇਰੀ ਦਾਤਾਰ। ਹਜ਼ਾਰਾਂ ਹੀ ਦੁਖੜੇ, ਹਜ਼ਾਰਾਂ ਹੀ ਸੁੱਖ, ਹਜ਼ਾਰਾਂ ਹੀ ਭੁੱਖਾਂ, ਹਜ਼ਾਰਾਂ ਹੀ ਮਾਰਾਂ ਜਿਹੜੇ ਜੀਵਨ ਵਿੱਚ ਤੌਖਲੇ, ਜੋ ਵੀ ਹੈ, ਜੋ ਵੀ ਵਾਪਰ ਰਿਹਾ ਹੈ, ਮੇਰੇ ਮਾਲਕ ਜੀ ਮੈਨੂੰ ਸਮਰੱਥਾ ਬਖਸ਼ੀ, ਮੈਂ ਇਹਨਾਂ ਨੂੰ ਵੀ ਤੇਰੀ ਦਾਤ ਸਮਝ ਕੇ ਸਵੀਕਾਰ ਕਰ ਲਵਾਂ। ਇਹ ਵੀ ਦਾਤ ਤੇਰੀ ਦਾਤ। ਉਸ ਤੁਕ ਦੇ ਅਰਥ ਤੇ ਇਹ ਨੇ। ਇਹ ਚੀਜ਼ਾਂ ਅੱਗੇ ਅੱਗੇ ਦੰਦ ਕਥਾਵਾਂ ਬਣ ਗਈਆਂ ਲੋਕਾਂ ਦੀਆਂ ਪ੍ਰਚਲਿਤ। ਹੁਣ ਸਾਰੇ ਲੋਕ ਥੋੜੀ ਗੁਰਬਾਣੀ ਦੀ ਵਿਚਾਰ ਨੂੰ ਇਹਨਾਂ ਡੂੰਘਾ ਜਾ ਕੇ ਸੋਚਣ ਦੀ ਕੋਸ਼ਿਸ਼ ਕਰਦੇ ਨੇ। ਸਾਡੀ ਇੱਕ ਸ਼ਰਧਾ ਬਣੀ ਹੋਈ ਹੈ। ਉਸ ਸ਼ਰਧਾ ਦੇ ਆਧਾਰਿਤ ਅਸੀਂ ਆਪਣੀ ਗੱਲਬਾਤ ਨੂੰ ਇੰਨਾ ਕੁ ਪੱਕਾ ਕਰ ਲਿਆ ਕਿ ਗੁਰੂ ਨਾਨਕ ਦੇ ਸਿਧਾਂਤ ਨੂੰ ਸਮਝਣ ਤੋਂ ਦੂਰ ਹੋ ਗਏ। ਗੁਰੂ ਨਾਨਕ ਸਾਹਿਬ ਕਹਿੰਦੇ, ਲੋਕ ਕਹਿੰਦੇ ਨੇ, ਗਾ ਰਿਹਾ ਕੋਈ ਰੱਬ ਵਿੱਚ ਬਲ ਬੜਾ ਹੈ, ਕੋਈ ਗਾ ਰਿਹਾ ਰੱਬ ਦੀਆਂ ਦਾਤਾਂ ਬੜੀਆਂ ਵੱਡੀਆਂ ਨੇ,
ਉਹ ਕੀਤੀ ਹੋਈ ਕਮਾਈ ਦੇ ਵਿੱਚੋਂ ਪ੍ਰਾਪਤ ਕੀਤੀਆਂ ਚੀਜ਼ਾਂ ਨੂੰ ਉਹਦੀਆਂ ਦਾਤਾਂ ਸਮਝ ਕੇ, ਉਹਦੀਆਂ ਦਾਤਾਂ ਮੰਨ ਕੇ ਉਹਨੂੰ ਗਾ ਰਿਹਾ, ਦੇਖੋ ਮੇਰੇ ਮਾਲਕ ਦੀ ਮੇਰੇ ਤੇ ਇੰਨੀ ਕਿਰਪਾ, ਮੈਨੂੰ ਆਹ ਵੀ ਦੇਤਾ, ਮੈਨੂੰ ਆਹ ਵੀ ਦੇਤਾ, ਮੈਨੂੰ ਆਹ ਵੀ ਦੇਤਾ। ਮਨੁੱਖ ਗਾ ਰਿਹਾ। ਇਹ ਕੈਟਾਗਰੀ ਦੱਸੀ ਹੈ, ਕੋਈ ਕਿਵੇਂ ਗਾ ਰਿਹਾ ਹੈ ਤੇ ਕੋਈ ਕਿਵੇਂ ਗਾ ਰਿਹਾ ਹੈ। ਕੋਈ ਕਹਿੰਦਾ ਉਹਦੀ ਬਖਸ਼ਿਸ਼ ਬੜੀ ਵੱਡੀ ਹੈ। ਜਿਹੜਾ ਕਮਜ਼ੋਰ ਬੰਦਾ ਕਿਸੇ ਤਕੜੇ ਤੋਂ ਹਾਰ ਜਾਏ ਜਾਂ ਡਰ ਲੱਗਦਾ ਹੋਵੇ ਕਿਸੇ ਵੱਡੇ ਤੋਂ, ਉਹ ਕਮਜ਼ੋਰ ਬੰਦਾ ਕਰ ਕੁਝ ਨਹੀਂ ਸਕਦਾ, ਇੱਕੋ ਗੱਲ ਕਹਿੰਦਾ ਹੈ, ਤੂੰ ਗਰੀਬਾਂ ਉੱਤੇ ਧੱਕਾ ਕਰਦਾ, ਤੈਨੂੰ ਤੇ ਰੱਬ ਹੀ ਵੇਖੂਗਾ। ਉਹ ਇਸ ਤਰੀਕੇ ਨਾਲ ਗਾ ਰਿਹਾ। ਅੱਗੇ ਸੁਣੋ। ਗਾਵੈ ਕੋ ਵਿਦਿਆ ਵਿਖਮ ਵਿਚਾਰ। ਕੋਈ ਵੱਡੀ ਵਿਦਿਆ ਲੈ ਕੇ, ਵੱਡੀ ਵਿਦਿਆ ਪ੍ਰਾਪਤ ਕਰਕੇ, ਔਖੇ ਸ਼ਬਦਾਂ ਦੀ ਪਕੜ ਕਰਕੇ, ਮਹਿੰਗੀ ਮਹਿੰਗੀ ਵਿਦਿਆ ਪ੍ਰਾਪਤ ਕਰਕੇ, ਉਹਦੀ ਵਿਚਾਰ ਕਰਕੇ ਉਸ ਵਾਹਿਗੁਰੂ ਨੂੰ ਗਾ ਰਿਹਾ। ਕਹਿ ਰਿਹਾ ਕਿ ਪ੍ਰਮਾਤਮਾ ਨੂੰ ਦੇਖੋ, ਆਪਣੇ ਔਖੇ ਸ਼ਬਦਾਂ ਵਿੱਚ ਬਿਆਨ ਕਰ ਰਿਹਾ। ਵਿਦਵਾਨ ਬੰਦੇ ਔਖੀ ਸ਼ਬਦਾਵਲੀ ਵਰਤ ਰਹੇ ਨੇ। ਔਖੀ। ਇੱਕ ਵਾਰ ਮੈਨੂੰ ਕਿਸੇ ਨੇ ਇੱਕ ਗੱਲ ਕਹੀ ਸੀ ਬੜੀ ਦੇਰ ਪਹਿਲਾਂ। ਕਹਿਣ ਲੱਗੇ, ਜਗਦੀਪ ਸਿੰਘ ਜੀ ਕਥਾ ਕਰਦੇ ਹੋ ਨਾ, ਤੇ ਇੱਕ ਗੱਲ ਧਿਆਨ 'ਚ ਰੱਖਿਓ, ਕਥਾ ਦੇ ਵਿੱਚ ਇੱਕ ਦੋ ਸੰਸਕ੍ਰਿਤੀ ਦੇ ਸ਼ਲੋਕ ਕਹਿ ਦਿਓ, ਕੁਝ ਉਰਦੂ ਦੀਆਂ ਗੱਲਾਂ ਤੇ ਕੁਝ ਫਾਰਸੀ ਦੀਆਂ ਗੱਲਾਂ ਸ਼ਬਦ ਬੋਲ ਦਿਓ, ਇੱਕ ਦੋ ਅੰਗਰੇਜ਼ੀ ਦੇ ਸ਼ਬਦ ਬੋਲ ਦਿਓ, ਲੋਕਾਂ ਸਮਝਣਾ ਵੀ ਬੜੀ ਇਹਨੂੰ ਤੇ ਵਿਦਿਆ ਪ੍ਰਾਪਤ ਹੈ, ਵੀ ਬੜਾ ਵਿਦਵਾਨ ਹੈ। ਜਿਹੜੀਆਂ ਗੱਲਾਂ ਲੋਕਾਂ ਦੇ ਉੱਤੋਂ ਦੀ ਲੰਘ ਜਾਣ ਉਹ ਗੱਲਾਂ ਕਰਦੇ ਹੋ, ਲੋਕ ਕਹਿਣਗੇ ਬੱਲੇ ਬੱਲੇ ਬੜਾ ਵਿਦਵਾਨ। ਸਾਡੀ ਸੋਚ ਇੱਥੇ ਖੜਾ ਦਿੱਤੀ। ਜਿਹੜਾ ਬੰਦਾ ਦੋ ਗੱਲਾਂ ਸਾਡੇ ਉੱਪਰ ਦੀ ਲੰਘ ਜਾਣ ਕਰ ਦੇਵੇ, ਕਹਿੰਦੇ ਇਹ ਬੜਾ ਵਿਦਵਾਨ ਹੈ, ਇਹਦੀਆਂ ਤੇ ਗੱਲਾਂ ਹੀ ਨਹੀਂ ਸਮਝ ਆਉਂਦੀਆਂ। ਤੇ ਮੈਂ ਕਹਿੰਦਾ ਜਿਹੜੀ ਗੱਲ ਸਮਝ ਹੀ ਨਾ ਆਵੇ ਤੇ ਉਹ ਕਾਹਦੀ ਵਿਦਵਾਨੀ। ਮੈਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਜੀ ਇੱਕ ਇੱਕ ਗੱਲ ਲੋਕਾਂ ਨੇ ਸਮਝਾਉਣ ਵਾਲੀ ਹੈ, ਇੱਕ ਇੱਕ ਗੱਲ। ਮੈਂ ਕਹਿੰਦਾ ਉਸ ਤਰੀਕੇ ਨਾਲ ਗੱਲ ਕਰੋ ਕਿ ਸਾਹਮਣੇ ਵਾਲੇ ਨੂੰ ਸਮਝ ਆਵੇ। ਪਰ ਜੇ ਫਿਰ ਵੀ ਨਾ ਕੋਈ ਸਮਝੇ ਤਾਂ ਇਹਦੇ ਵਿੱਚ ਕਹਿਣ ਵਾਲੇ ਦਾ ਦੋਸ਼ ਨਹੀਂ। ਇਹ ਗੁਰੂ ਸਾਹਿਬ ਦੇ ਸੌਖੇ ਜਿਹੇ ਸ਼ਬਦ ਨੇ ਕਿ ਬਹੁਤ ਵੱਡਾ ਔਖਾ ਮੇਰੇ ਮਾਲਕ ਨੇ ਪ੍ਰੋਜੈਕਟ ਨਹੀਂ ਰੱਖਿਆ। ਜੇ ਆਪਾਂ ਕਹਿ ਦਈਏ ਵੀ ਬਾਣੀ ਬਹੁਤ ਔਖੀ ਹੈ ਜੀ, ਸਮਝ ਨਹੀਂ ਆਉਂਦੀ, ਬਾਣੀ ਤੇ ਸੌਖੀ ਬੜੀ ਹੈ, ਬੜੀ ਸਮਝ ਆਉਂਦੀ ਹੈ। ਪਰ ਹਾਂ ਇਹ ਗੱਲਾਂ ਧਾਰਨਾ ਬਣਾ ਦਿੱਤੀ ਕਿ ਬਾਣੀ ਬੜੀ ਔਖੀ ਹੈ, ਬੜੀ ਔਖੀ ਹੈ। ਆਹ ਦੇਖੋ ਕੀ ਆਖਿਆ ਬਾਣੀ ਦੇ ਵਿੱਚ ਗੁਰੂ ਸਾਹਿਬ ਨੇ, ਕਹਿੰਦੇ ਗਾਵੈ ਕੋ ਗੁਣ ਵਡਿਆਈਆਂ ਚਾਰ। ਕੋਈ ਉਸ ਪਰਮਾਤਮਾ ਦੀ ਸੁੰਦਰ ਸੁੰਦਰ ਵਡਿਆਈਆਂ ਦੀ ਵਿਚਾਰ ਕਰ ਰਿਹਾ। ਵਡਿਆਈਆਂ ਵਿਚਾਰ, ਵਡਿਆਈਆਂ ਵਡਿਆਈਆਂ ਦੀ ਵਿਚਾਰ, ਕੋਈ ਸੁੰਦਰ ਸੁੰਦਰ ਵਡਿਆਈਆਂ ਆਪਣੇ ਸ਼ਬਦਾਂ ਦੇ ਵਿੱਚ, ਔਖੇ ਤੇ ਮਹਿੰਗੇ ਸ਼ਬਦਾਂ ਵਿੱਚ ਗਾਵੈ ਕੋ ਵਿਦਿਆ ਵਿਖਮ ਵਿਚਾਰ। ਵਿਖਮ ਦਾ ਅਰਥ ਹੈ ਔਖਾ, ਵਿਚਾਰ ਦਾ ਮਤਲਬ ਹੈ ਚਰਚਾ। ਕੋਈ ਪ੍ਰਮਾਤਮਾ ਦੀਆਂ ਸੁੰਦਰ ਵਡਿਆਈਆਂ ਦੀ ਵਿਚਾਰ ਕਰ ਰਿਹਾ ਹੈ ਔਖੇ ਸ਼ਬਦਾਂ ਵਿੱਚ, ਔਖੀ ਸ਼ਬਦਾਵਲੀ ਵਿੱਚ, ਕਿ ਦੇਖੋ ਪ੍ਰਮਾਤਮਾ ਇੰਨਾ ਵੱਡਾ ਹੈ, ਦੇਖੋ ਪ੍ਰਮਾਤਮਾ ਇਹੋ ਜਿਹਾ, ਦੇਖੋ ਪ੍ਰਮਾਤਮਾ ਇਹੋ ਜਿਹਾ। ਪ੍ਰਮਾਤਮਾ ਦੇ ਬਾਰੇ, ਰੱਬ ਦੇ ਬਾਰੇ ਪਤਾ ਨਹੀਂ ਕਿਹੋ ਕਿਹੋ ਜਿਹੇ ਸ਼ਬਦ ਉਹ ਆਪਣੇ ਵਿਚਾਰ ਕੋਸ਼ ਵਿੱਚੋਂ ਲਿਆ ਕੇ ਲੋਕਾਂ ਨੂੰ ਸੁਣਾ ਰਿਹਾ ਤੇ ਮਹਿਸੂਸ ਕਰਵਾ ਰਿਹਾ ਕਿ ਵਾਕਈ ਇਹ ਬੰਦਾ ਰੱਬ ਨੂੰ ਪਹੁੰਚਿਆ ਹੋਇਆ ਹੈ। ਲੋਕ ਯਕੀਨ ਕਰ ਲੈਂਦੇ ਨੇ, ਲੋਕ ਯਕੀਨ ਕਰ ਲੈਂਦੇ ਨੇ ਕਿ ਵਾਕਈ ਰੱਬ ਨੂੰ ਪਹੁੰਚਿਆ। ਦੇਖੋ ਕਿੰਨੀਆਂ ਔਖੀਆਂ ਗੱਲਾਂ ਸਾਡੇ ਤੇ ਸਮਝੋਂ ਬਾਹਰ ਨੇ। ਤੇ ਬਾਬਾ ਜੀ ਨੇ ਇੱਥੇ ਫਿਰ ਕਹਿ ਦਿੱਤਾ, ਕਹਿੰਦੇ ਗਾਵੈ ਕੋ ਦਾਤ ਜਾਣੈ ਨੀਸਾਨ, ਗਾਵੈ ਕੋ ਗੁਣ ਵਡਿਆਈਆਂ ਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ। ਕੋਈ ਉਸ ਦੀਆਂ ਵਡਿਆਈਆਂ ਦੀ ਔਖੀ ਸ਼ਬਦਾਵਲੀ ਵਿੱਚ ਚਰਚਾ ਕਰ ਰਿਹਾ ਹੈ। ਅਲੱਗ ਅਲੱਗ ਤਰੀਕੇ, ਕੈਟਾਗਰੀ ਦੀ ਗੱਲ ਕੀਤੀ ਹੈ। ਕੋਈ ਕਿਵੇਂ ਗਾ ਰਿਹਾ ਤੇ ਕੋਈ ਕਿਵੇਂ ਗਾ ਰਿਹਾ। ਜਿਸ ਨੇ ਜਿਵੇਂ ਮਹਿਸੂਸ ਕੀਤਾ ਉਸਨੇ ਉਸੇ ਤਰ੍ਹਾਂ ਉਸ ਪਰਮਾਤਮਾ ਦੀ ਵਡਿਆਈ ਨੂੰ ਗਾਉਣ ਦੀ ਕੋਸ਼ਿਸ਼ ਕੀਤੀ ਹੈ। ਕਿਸੇ ਨੇ ਤਾਣ ਦੇ ਰੂਪ ਵਿੱਚ, ਕਿਸੇ ਨੇ ਦਾਤ ਦੇ ਰੂਪ ਵਿੱਚ, ਕਿਸੇ ਨੇ ਵਡਿਆਈ ਦੇ ਰੂਪ ਵਿੱਚ, ਕਿਸੇ ਨੇ ਵਿਦਿਆ ਦੀ ਬਦੌਲਤ, ਵਿਦਿਆ ਦੇ ਰੂਪ ਵਿੱਚ ਰੱਬ ਦੀ ਵਡਿਆਈ ਕੀਤੀ ਹੈ। ਉਦਾਹਰਣ ਦੇ ਦਿਆਂ, ਇੱਕ ਨਗਰ ਦੇ ਵਿੱਚ 4 ਅੰਨੇ ਰਹਿੰਦੇ ਸੀ। 4 ਅੰਨੇ।
ਉਹਨਾਂ ਅੰਨਿਆਂ ਦੀ ਇੱਕ ਇੱਛਾ ਸੀ ਕਿ ਆਪਾਂ ਹਾਥੀ ਵੇਖਣਾ। ਲੋਕ ਕਹਿੰਦੇ ਹਾਥੀ ਬੜਾ ਵੱਡਾ ਹੁੰਦਾ, ਲੋਕ ਕਹਿੰਦੇ ਹਾਥੀ ਬੜਾ ਵੱਡਾ ਹੁੰਦਾ। ਉਹ ਚਾਰੇ ਅੰਨੇ ਰੋਜ਼ ਇਹ ਰਾਏ ਕਰਦੇ ਵੀ ਹਾਥੀ ਵੇਖੀਏ ਕਿੱਥੇ, ਦੀਂਦਾ ਵੀ ਨਹੀਂ, ਵੇਖਾਂਗੇ ਕਿਵੇਂ। ਇੱਕ ਦਿਨ ਕਹਿੰਦੇ ਵੀ ਸਬੱਬ ਨਾਲ ਹਾਥੀ ਨਗਰ ਵਿੱਚ ਆ ਗਿਆ। ਕਿਸੇ ਨੇ ਜਾ ਕੇ ਦੱਸਿਆ, ਅੰਨਿਓ ਤੁਸੀਂ ਵੇਖਣਾ ਚਾਹੁੰਦੇ ਹਾਥੀ ਨੂੰ? ਕਹਿੰਦੇ ਵੇਖਣਾ ਤੇ ਚਾਹੁੰਦੇ ਆ, ਵੇਖਾਂਗੇ ਕਿਵੇਂ, ਪਰ ਚਾਅ ਬੜਾ, ਚਾਅ ਬੜਾ ਹਾਥੀ ਵੇਖਣ ਦਾ। ਚਲੇ ਗਏ, ਹਾਥੀ ਦੇ ਕੋਲ ਜਾ ਕੇ ਖੜਾ ਦਿੱਤੇ ਵੀ ਆਹ ਦੇ ਹਾਥੀ। ਹਾਥੀ ਨੂੰ ਟੋਹਣਾ ਸ਼ੁਰੂ ਕਰ ਦਿੱਤਾ। ਇੱਕ ਨੇ ਹੱਥ ਪੂਛ ਨੂੰ ਪਾ ਲਿਆ, ਇੱਕ ਨੇ ਲੱਤ ਨੂੰ ਪਾ ਲਿਆ, ਹੱਥ ਜੱਫਾ ਪਾ ਲਿਆ, ਇੱਕ ਨੇ ਉਹਦਾ ਕੰਨ ਵੇਖਿਆ, ਕੰਨ ਨੂੰ ਫੜ ਲਿਆ, ਇੱਕ ਨੇ ਉਹਦੇ ਪੇਟ ਤੇ ਹੱਥ ਮਾਰਿਆ। ਚਾਰੇ ਜਾਣੇ ਹੱਸ ਪਏ। ਇਹ ਉਦਾਹਰਣ ਹੈ ਸਮਝਾਉਣ ਵਾਸਤੇ, ਇਹ ਸਾਡੇ ਲੋਕਾਂ ਨੂੰ ਸਮਝਾਉਣ ਵਾਸਤੇ, ਸਾਡੇ ਵਰਗੇ ਬੰਦਿਆਂ ਨੂੰ ਸਮਝਾਉਣ ਵਾਸਤੇ ਉਦਾਹਰਣ ਕਿਸੇ ਵਿਦਵਾਨ ਨੇ ਬਣਾ ਲਈ। ਹੱਥ ਫੇਰਿਆ, ਚਾਰੇ ਜਾਣੇ ਹੱਸਣ ਲੱਗ ਪਏ। ਕਹਿੰਦੇ ਵੀ ਹਾਥੀ ਬੜਾ ਵਧੀਆ ਸੀ, ਬੜੇ ਕਮਾਲ ਦਾ ਹਾਥੀ ਸੀ। ਇੱਕ ਕਹਿੰਦਾ ਹਾਂ ਬਈ, ਹਾਥੀ ਤਾਂ ਐਡਾ ਵੱਡਾ ਸੀ ਜਿਵੇਂ ਕੋਈ ਕੰਧ ਹੋਵੇ। ਜਿਹਨੇ ਪੇਟ ਤੇ ਹੱਥ ਫੇਰਿਆ ਸੀ ਨਾ ਲੰਬਾ ਸਾਰਾ, ਕਹਿੰਦਾ ਐਵੇਂ ਲੱਗਦਾ ਜਿਵੇਂ ਹਾਥੀ ਕੋਈ ਕੰਧ ਵਰਗਾ ਹੋਵੇ, ਕੰਧ ਹੋਵੇ। ਉਹ ਦੂਜਾ ਕਹਿੰਦਾ ਉਹ ਨਹੀਂ ਨਹੀਂ ਨਹੀਂ, ਹਾਥੀ ਤੇ ਇੱਕ ਮੋਟੇ ਸਾਰੇ ਥੰਮ ਵਰਗਾ ਸੀ, ਉਹਨੇ ਲੱਤ ਨੂੰ ਜੋ ਹੱਥ ਪਾਇਆ ਸੀ। ਉਹ ਕਹਿੰਦਾ ਨਹੀਂ, ਤੁਸੀਂ ਦੋਨੇ ਗਲਤ ਹੋ। ਹਾਥੀ ਤੇ ਕਹਿੰਦਾ ਜਿਵੇਂ ਕਿ ਛੱਜ ਨਹੀਂ ਹੁੰਦਾ, ਛੱਜ ਵਰਗਾ ਸੀ, ਵੱਡਾ ਸਾਰਾ। ਉਹ ਕਹਿੰਦਾ ਨਹੀਂ ਨਹੀਂ ਨਹੀਂ, ਤੁਸੀਂ ਤਿੰਨੇ ਗਲਤ ਹੋ। ਹਾਥੀ ਤੇ ਕਹਿੰਦਾ ਇੱਕ ਮੋਟੇ ਸਾਰੇ ਰੱਸੇ ਵਰਗਾ ਸੀ, ਜਿਵੇਂ ਮੋਟੀ ਲਾਸ਼ ਹੋਵੇ, ਮੋਟੇ ਰੱਸੇ ਵਰਗਾ। ਉਹ ਕਹਿਣ ਲੱਗਾ ਨਹੀਂ ਤੂੰ ਵੀ ਗਲਤ ਹੈ। ਉਹ ਚਾਰੇ ਇੱਕ ਦੂਜੇ ਨਾਲ ਚਰਚਾ ਕਰਨ ਲੱਗ ਗਏ। ਇੱਕ ਕਹਿੰਦਾ ਕੰਧ ਵਰਗਾ, ਦੂਜਾ ਕਹਿੰਦਾ ਰੱਸੇ ਵਰਗਾ, ਤੀਜਾ ਕਹਿੰਦਾ ਛੱਜ ਵਰਗਾ, ਚੌਥਾ ਕਹਿੰਦਾ ਥੰਮ ਵਰਗਾ। ਉਹ ਚਾਰੇ ਇੱਕ ਦੂਜੇ ਨਾਲ ਚਰਚਾ ਕਰਦੇ ਕਰਦੇ ਜਿਦਾ ਜਦਾਈ ਬੌਂਕੇ ਦਿਹਾੜੇ ਲੜ ਪਏ। ਉਹ ਕਹਿੰਦਾ ਮੈਂ ਸੱਚਾ, ਉਹ ਕਹਿੰਦਾ ਮੈਂ ਸੱਚਾ, ਉਹ ਕਹਿੰਦਾ ਮੈਂ ਸੱਚਾ, ਚੌਥਾ ਕਹਿੰਦਾ ਮੈਂ ਸੱਚਾ। ਲੜ ਪਏ ਜੀ, ਇੱਕ ਦੂਜੇ ਦੇ ਮੁੱਕੀਆਂ ਮਾਰ, ਘਸੁੰਨ ਮਾਰ, ਲਹੂ ਲਹਾਨ। ਪੰਜਵਾਂ ਬੰਦਾ ਕੋਈ ਸਿਆਣਾ ਆਇਆ, ਕਹਿਣ ਲੱਗਾ ਉਹਨੇ ਹੋ ਤੁਸੀਂ ਲੜੀ ਕਿਉਂ ਜਾਂਦੇ ਹੋ ਬਈ, ਤੁਹਾਡਾ ਕੀ ਵਿਗੜ ਗਿਆ? ਕਹਿਣ ਲੱਗਾ ਯਾਰ ਅਸੀਂ ਹਾਥੀ ਵੇਖਿਆ। ਕਹਿਣ ਲੱਗਾ ਤੁਸੀਂ ਤੇ ਅੰਨੇ ਹੋ, ਤੁਸੀਂ ਕਿਵੇਂ ਵੇਖ ਲਿਆ? ਉਹ ਕਹਿਣ ਲੱਗਾ ਅੰਨੇ ਆ ਠੀਕ ਹੈ, ਪਰ ਅਸੀਂ ਹੱਥਾਂ ਨਾਲ ਟੋਹ ਕੇ ਵੇਖਿਆ। ਅੱਛਾ ਫੇਰ? ਕਹਿੰਦਾ ਮੈਂ ਕਹਿੰਦਾ ਕੰਧ ਵਰਗਾ, ਇਹ ਕਹਿੰਦਾ ਛੱਜ ਵਰਗਾ, ਇਹ ਕਹਿੰਦਾ ਥੰਮ ਵਰਗਾ, ਇਹ ਕਹਿੰਦਾ ਰੱਸੇ ਵਰਗਾ। ਜੋ ਮੈਂ ਕਹਿ ਰਿਹਾ ਉਹ ਸੱਚ ਹੈ। ਚਾਰੇ ਫੇਰ ਲੜ ਪਏ। ਉਹ ਪੰਜਵਾਂ ਬੰਦਾ ਕਹਿੰਦਾ ਕਮਲਿਓ ਤੁਸੀਂ ਲੜੋ ਨਾ। ਉਹ ਸਮਝ ਗਿਆ ਕਹਾਣੀ ਨੂੰ। ਕਹਿਣ ਲੱਗਾ ਅਸਲ 'ਚ ਤੁਸੀਂ ਹੈਗੇ ਹੋ ਅੰਨੇ, ਤੁਸੀਂ ਹਾਥੀ ਨੂੰ ਵੇਖਿਆ ਨਹੀਂ। ਕਹਿਣ ਲੱਗੇ ਹਾਂ ਵੇਖਿਆ ਨਹੀਂ, ਟੋਇਆ ਸੀ ਨਾ ਮਾੜਾ ਮਾੜਾ। ਕਹਿੰਦੇ ਹਾਂ ਟੋਹ ਕੇ ਵੇਖਿਆ ਸੀ। ਕਹਿਣ ਲੱਗੇ ਬਸ ਅੰਨਿਓ ਤੁਸੀਂ ਲੜੋ ਨਾ, ਤੁਸੀਂ ਹਾਥੀ ਨੂੰ ਟੋਇਆ ਹੈ। ਜਿਸ ਨੇ ਜਿਸ ਚੀਜ਼ ਨੂੰ ਮਹਿਸੂਸ ਕੀਤਾ ਉਸ ਨੇ ਆਪਣੇ ਸ਼ਬਦਾਂ ਵਿੱਚ ਉਸ ਨੂੰ ਬਿਆਨ ਕਰ ਦਿੱਤਾ। ਹਾਥੀ ਤੁਸੀਂ ਜ਼ਰੂਰ ਵੇਖਿਆ ਪਰ ਅੱਖਾਂ ਨਾਲ ਨਹੀਂ, ਹੱਥਾਂ ਨਾਲ ਟੋਲਿਆ। ਜਿਹਨੇ ਜਿੰਨਾ ਮਹਿਸੂਸ ਕੀਤਾ ਉਹਨਾਂ ਬਿਆਨ ਕਰ ਦਿੱਤਾ। ਲੜਦੇ ਕਾਹਤੋਂ ਆ? ਹਾਥੀ ਤੁਸੀਂ ਅੰਨਿਆਂ ਨੇ ਕਿਸੇ ਨੇ ਵੀ ਨਹੀਂ ਵੇਖਿਆ। ਉਸੇ ਤਰ੍ਹਾਂ ਸਾਡੀ ਲੋਕਾਂ ਦੀ ਕਹਾਣੀ, ਰੱਬ ਵਾਸਤੇ ਲੜੀ ਜਾਂਦੇ, ਰੱਬ ਆਏ ਨਹੀਂ, ਰੱਬ ਆਏ ਆ, ਰੱਬ ਆਏ ਨਹੀਂ, ਰੱਬ ਆਏ ਆ। ਉਹ ਬਾਬਾ ਕਹਿੰਦਾ ਕਿਉਂ ਕਮਲੇ ਹੋਏ, ਵੇਖਿਆ ਕਿਤੇ? ਕਹਿੰਦਾ ਵੇਖਿਆ ਤਾਂ ਨਹੀਂ, ਸੁਣਿਆ। ਜੇ ਸੁਣਿਆ ਤੇ ਫਿਰ ਇੱਕ ਦੂਜੇ ਨਾਲ ਲੜਦੇ ਕਾਹਦੇ ਵਾਸਤੇ? ਕਹਿਣ ਲੱਗੇ ਮੈਂ ਸੱਚਾ, ਉਹ ਕਹਿੰਦਾ ਮੈਂ ਸੱਚਾ। ਇੱਕ ਕਹਿੰਦਾ ਰਾਮ ਸੱਚਾ, ਇੱਕ ਕਹਿੰਦਾ ਅੱਲਾ ਸੱਚਾ, ਇੱਕ ਕਹਿੰਦਾ ਵਾਹਿਗੁਰੂ ਸੱਚਾ, ਇੱਕ ਕਹਿੰਦਾ ਗੌੜ ਸੱਚਾ। ਪੰਜਵਾਂ ਆ ਗਿਆ ਫਿਰ ਬਾਬਾ ਨਾਨਕ। ਕਹਿਣ ਲੱਗਾ ਨੇ ਉਹ ਤੁਸੀਂ ਜਿਵੇਂ ਮਹਿਸੂਸ ਕੀਤਾ ਬਿਆਨ ਕਰਤਾ, ਅਸਲ ਦੇ ਵਿੱਚ ਰੱਬ ਤੁਸੀਂ ਕਿਸੇ ਨੇ ਵੀ ਨਹੀਂ ਵੇਖਿਆ। ਰੱਬ ਤੁਸੀਂ ਕਿਸੇ ਨੇ ਵੀ ਨਹੀਂ ਵੇਖਿਆ। ਤੁਸੀਂ ਬਿਆਨ ਕਰੀ ਜਾਂਦੇ ਹੋ। ਕੋਈ ਉਹਦੇ ਗੁਣਾਂ ਨੂੰ ਬਿਆਨ ਕਰ ਰਿਹਾ ਹੈ, ਕੋਈ ਉਹਦੀ ਦਾਤ ਨੂੰ ਬਿਆਨ ਕਰ ਰਿਹਾ ਹੈ, ਕੋਈ
विद्या के राही उसकी वडियाई नूं बयान कर रहा है, तो कोई ਉਹਦੇ ਤਾਣ ਨੂੰ ਬਿਆਨ कर रहा है। असल दे विच बयान सारे कर रहे ने, पर जिन्ना कि किसी नूं समझ है उस मुताबिक कर रहे ने। अंत कोई भी नहीं पा सकिया ते ना कोई पा सकता है। बलिहारी कुदरत वसिया तेरा अंत न जाई लखिया। उस परमात्मा की वडियाई बेअंतता नूं बयान करना औखा है, पर साडे समाज की ये बड़ी कसूती जी गल बन गई। बस अपनी गल ते पकड़ बनाई बैठा कि मैं जो कहा वो अंतम सच है। एवें कदे नहीं होंदा। बाणी दी विचार जो मैं कीती है इस तो उत्ते कुछ नहीं, एवें किवें कहता, ये गलत है। ये समुंदर है, समुंदर। कोई 4 किताबां वध पढ़ लैंदा, वो थोड़ी जी शब्दावली गुंझलदार बना लैंदा, सानू लगदा वो विद्वान है। कोई सीधे साधे ढंग नाल गल कर लैंदा, सानू इदां लगदा भी नहीं यार। बाणी ने तो बड़े सौखे जे ते सरल तरीके नाल रब की वडियाई नूं बयान करन दी कोशिश करदे हैं। ये गल कही है, परमात्मा जी तेरा अंत नहीं पाया जा सकता, पर आ धर्म के नां ते कुछ लोगों ने लोगों नूं गुमराह करके जिहड़ियां अपणियां दुकानां चलाईयां ने, इन्हां नूं मैं जरूर लक्कों लै लैणा है। बाबे ने आख्या बाणी विच, कादी कूड़ बोल मल खाए। कादी ये भी झूठ बोलता है रब के नां ते। कादी कूड़ बोल मल खाए, कादी भी कूड़ बोलता है, झूठ बोलता है। अल्लाह आए आ, अल्लाह आए आ, वो भी कहता मैथों वध कोई अल्लाह बारे जानता नहीं। कादी कूड़ बोल मल खाए, ब्राह्मण नावै जियां घाय। ब्राह्मण भी कहता मैथों वध रब बारे कौन जानदा। ये तो ऐं करते ने जिवें रब दे पीए लगे होण। मेरे वर्गे बंदे, मेरे वर्गे बंदे जिवें रब दे पीए कोले बैठे होण, ऐं करते ने गल्लां भी सानू जो हैगा पता बस उही है। बाबे नानक ने इन्हां नूं लक्कों फड़ लिया, धौणों फड़ लिया, कहंदे तुसीं करी की जाने हो। तुसीं वेखिया, कादी कूड़ बोल मल खाए, ब्राह्मण नावै जियां घाए। जोगी जुगत न जाने आंदा। ये जोगी भी ऐं कहंदा सी, रब मैं वेखिया। जोगी अपनी पूजा करवा रहा है, ब्राह्मण अपनी पूजा करा रहा है, काजी अपनी पूजा पाठ करा रहा है। जोगी जुगत न जाने आंदा, तीने उजाड़े का बांधा। ये तिन्ने ही उजाड़े का घर बन गए। असल सच्चाई असल गल सी जो वो लोगों को दसी नहीं, बस अपनी अपनी दुकानां चला के बह गए। अपनी अपनी दुकानां चला के बह गए कि मैनू रब बारे वध पता है, मेरे कोल आओ, मैनू वध पता मेरे कोल आओ। दुखी लोग, दुखी जनता अपने दुखों की निवृत्ति वास्ते थां थां ते भीड़ां जमा करी बैठी है, तो उस भीड़ का फायदा इहो जे लोग उठा रहे हैं। पता नहीं किन्ने क लोगों को गुमराह किया होया है। ते बाबे गुरु नानक साहब ने फिर कह दिता, कहते कोई अपनी विद्या के बल ते रब की वडियाई औखे शब्दों नाल कर रहा है, ते कोई ये गल कह रहा है गावै को साज करे तन खे। कोई कहता रब बनाउंदा है ते फिर मुड़ के खे कर दिंदा है, रब जन्म दिंदा है ते मुड़ के मार दिंदा, रब दे हत्थ जी सारा कुछ। कोई ये कह रहा, ये लोगों की गल है, ये फैसला नहीं आ, ये लोगों की गल है। गावै को कोई गा रहा है, ये कोई गा रहा की गल है, मैं कह रहा ये गल नहीं है। गुरु नानक साहब का फैसला अगे जाके आ जाना। कहते कोई गा रहा, रब बनाउंदा भी है ते फिर ढा दिंदा है, जन्म भी दिंदा है ते मार भी दिंदा है, वो बड़ा समर्था वाला है। कोई इस तरीके नाल रब नूं गा रहा, अपना अपना एंगल है, अपने अपने एंगल तो हर एक बंदा देखने की कोशिश कर रहा है, अपना अपना दृष्टिकोण है। उदाहरण रूप दे विच एक गल होर कह दिंदा, गर्मी का मौसम सी, 4 बंदे एक रुख दे हेठां
लम्मे पए आ, उपर नूं मूँह कीता है, वेख रहे हैं। एक घरों लड़के आया सी, दृष्टिकोण की गल कर रहे हैं। हर बंदा अपने अपने दृष्टिकोण से सोचण का हकदार है, हर बंदा अपने विचारों प्रति सुतंत्र है, कोई किवें भी विचार दे सकता है, पर अंतम कुछ नहीं। चारे बंदे लड़के आए, चारे बंदे आए आ, बैठे आ। एक बंदा जिहड़ा लड़के आया सी ना, घरों दुखी सी, वो उपर नूं मूँह करके वेंदा, कहंदा भी दरख्त बड़ा मोटा है, टाहने बड़े मोटे है, जे ते रस्सा पा लईए तो कमाल की गल है भी रस्सा तो टुटना नहीं, ना डाहना टुटे, इत्थे फाहा लिया जा सकता है। पहला बंदा की सोच रहा, किहड़े दृष्टिकोण तो वेख रहा उहदे टाहणिआं नूं कि जिवें इहदे उत्ते रस्सा पा लिया तो रस्सा टुटेगा नहीं, तो ना ही टाहना टुटेगा, तो मेरे प्राण सौखे निकल जाणगे। घरों दुखी ते लड़िया होया सी। एक बंदा सी मिस्त्री लक्कड़ दा, वो सोच रहा दरख्त कितना वधिया, जिन्हों वड्ढिया जाए, वढ़ के ये तख्ते बड़े वधिया बन गए, ये विचों लकड़ वधिया होने करके ते तख्ते बड़े वधिया बन गए। वो मिस्त्री सी लकड़ का, वो इस एंगल तो सोच रहा। जिहड़ा तीजा सी वो सीगा बेड़ी चलाउण वाला मलाह, वो सोच रहा भी जे किते इस दरख्त नूं कट के तख्ते बना के फट्टे बना के दी बेड़ी बना ली जाए, बेड़ी बड़ी वधिया बनूगी। ये एक नहीं दो बेड़ियां निकल सकदियां आराम, जे दो नहीं तो एक वड्डी बेड़ी बन जाऊगी जिहदे विच 10 20 40 50 बंदे बह के पार हो सकते। वो इस एंगल तो वेख रहा सी। चौथा बंदा वो थकिया होया सी, थकिया होया, वो आके सौ गया। तो जो उपर नूं ध्यान मारिया, कहन लगा, ए मेरे मालका किड्डा सोहना रुख बनाया, इहदी छावें पै के आनंद आ गया। जे रुख ना हुंदा ते अज थकेवां लाउणा औखा सी। ए रास्ते विच जिहड़ा रुख लग्या है, इस रुख की बदौलत थकेवां लै गया, ठंडी छां हेठां आके सौण दा आनंद आ गया। हुण बंदे चार ने, अखां उही ने, दरख्त उही है, जगह थां सब कुछ उही है, पर सोचण दा ढंग वखो वखर है। एक आनंद मान रहा है, एक उहदे विचों बेड़ी कढ रहा है, एक तख्ते कढ रहा है, एक फाहा लैण बारे सोच रहा है। उस तरह हर मनुख अपने अपने एंगल तो सोचता है। कोई तो कथा इस करके सुनता है, बाणी इस करके सुनता है, आनंद लो, तो कोई कमियां कढ़दा है, तो कोई कहता भी यार ये गल असी पहला कदे सुनी नहीं, तो कोई कहता भी यार वाकई ये गल साडे तो अगे दी तुर पई। अलग अलग एंगल, अलग अलग सोच है, अलग अलग समर्था है सोचण की। हर एक मनुख इक्को जिहा नहीं सोच सकता। तो बाबे ने इत्थे जो गल्लां कहीआं ने, ये साडे लोकां दीयां बातां कह के अपना सिद्धांत अखीर विच बयान कीता है। बाबा जी कहते कोई कह रहा है परमात्मा पहला बनाउंदा है तो फिर ढा भी दिंदा है, जन्म दिंदा है तो मौत भी दिंदा है, जन्म दिंदा है तो फिर मौत भी दिंदा है। गावै को जी लै फिर दे, वो परमात्मा आत्मा दिंदा है तो फिर ये तो खो भी लैंदा है, दूजे शरीरां विच पा दिंदा है। ये लोग कहंदे ने इस शरीर विचों आत्मा निकल गई, दूजे च रब ने पा दी, दूजे च निकल गई, तीजे च पा दी। ये परमात्मा की बाणी का सिद्धांत नहीं, ये तो लोगों दीयां गल्लां ने। लोग इदां करके रब नूं गा रहे हैं, बड़े गा रहे हैं, कोई अंत नहीं। करोड़ां लोग इस गल नूं समझे हुए ने, करोड़ां लोग इस गल उत्ते केंद्रित ने, करोड़ां लोग इस गल उत्ते पकड़ बनाई बैठे ने कि रब जिहड़ा है ना, वो जिंद एक शरीर चों कढ के दूजे शरीर विच पा दिंदा। कोई इउं गा रहा है हरी शरीरां विचों जिंद कढ के फिर दूजे शरीरां विच पा दिंदा है, ते कोई कह रहा है गावै को जापै दिसै दूर। कोई कह रहा है रब बड़ी दूर है, साडी पहुंच तो परे है। कोई एवें कह रहा है रब बहुत दूर है, रब साडी पहुंच तो परे है। कहते हैं ना लोग, आपां कहने ही हां रब पहुंच तो परे, रब बड़ी दूर है। कोई ये गल कह रहा है कि रब बड़ी दूर है, तो कोई गावै को वेखै हादरा हदूर। कोई ये गल कह रहा है कि रब तो साडे कोले है,
कोई कहता रब साडे अंदर है, रब साडे कोले है, कोई कहता रब साडे तो बड़ी दूर है। आपां कहते उपर बैठा वेखदा है, नीली छत वाला वेखदा है, महाराज उत्ते बैठा सारे लेखे करदा है। वो जिहड़ा उत्ते बैठे की गल कर रहा है, वो की कह रहा है, रब साडे तो दूर है। एक कह रहा नहीं, वो तेरे अंदर बैठा ही लेखे कर रहा है। यदा मतलब एक कह रहा भी रब तेरे अंदर है, एक कह रहा रब मेरे तो बाहर उपर बैठा। उपर वाला जाने है ना लोगों की गल। कोई कहता दूर है, कोई कहता अंदर है। जे हुण दूर कह दईए तो अंदर वाला लड़ूगा, जे अंदर कह दईए तो दूर वाला लड़ूगा। हर एक बंदा अपनी अपनी गल उत्ते पकड़ बनाई बैठा, पर सिद्धांत नूं फॉलो नहीं किया। गुरु साहब कहते कोई कह रहा रब बड़ी दूर है, कोई कह रहा रब नेड़े है। हुण अगली गल सुनियो, कथन कथी न आवै टोट। इस तरीके नाल परमात्मा जी तुहाडी कथनी विच लोग जिहड़ा कथ रहे ने, बयान कर रहे ने, कोई टोट नहीं। हर एक बंदा अपने अपने तरीके नाल रब जी तुहाडे बारे बयान कर रहा है। कोई कहता साडे डेरे आओ असीं रब विखावांगे, कोई कहता असीं विखाने आ, कोई कहता असीं जिउंदिआं नूं मुरदिआं नूं जिउंदे कर दिंदे आ, कोई कहता मरे प्राणी नूं असीं अरदास करके जिउंदा कर दिंदे आ। है ना इवें? हर कोई अपने अपने तरीके नाल किन्ने थावां ते की हो रहा है। असीं इन्हां गल्लां दे विचों निकल के एक अकाल पुरख की बंदगी नाल जुड़न की प्रेरणा गुरु नानक ने की सानूं बाणी च। इन्हां चीज़ां तो असीं निरलेप होना। कोई कह रहा असीं मरे नूं जिउंदा कर दिंदे, कोई कह रहा मेरे कोल आ, अखां बंद कर, मैं तैनूं लाइट जगदी विखा दिना। कोई कहता रब मैं तैनूं ऐ विखा दिना, कोई कहता ऐ विखा दिना। सारे रब विखाउंदे फिरदे ने। कोई कहता कि मैं रब तो नेड़े की गल कर, हरेक ही कहता भी मैं तलियां ते सरों जमा देना। हर कोई रब का पीए बनया फिरदा भी, जिवें किते रब रोटी मेरे नाल ही खांदा होवे, एवें मनदे लोग। जिवें रब रोटी किते रात नूं मेरे नाल ही खा के पैंदा, ऐ समझ भी आ तां नेड़े साडी जेब च पाया, जदों मर्जी है जेब चों कढ के विखाता। ते बाबा जी बाणी विच कहंदे कथना कथी ने आवे टोट। परमात्मा जी तुहाडे बारे हर कोई मनुख कह रहा, कोई टोट नहीं। इत्थे जिन्ने शरीर ने उन्ने ही तुहाडे बारे बयान कर रहे हैं। कोई किवें कोई किवें कोई किवें कोई किवें। कथना कथी ने आवे टोट। कथ कथ कथी, कोटी कोट कोट। भावें करोड़ां ही जीव ने ते बेअंत वारी अकाल पुरख जी तेरी वडियाई नूं कर रहे ने। ये कोई टोट वाला सौदा नहीं, तेरी वडियाई विच कोई टोट नहीं। इत्थे आपां कथा कर रहे हैं, दूजे थां कोई होर कर रहा। अपने अपने तरीके, अपने अपने धर्म, अपने अपने सलीके नाल हर कोई रब की वडियाई करने की कोशिश कर रहा है। कुछ लोग पैसे लिए कर रहे हैं, कुछ आत्मक आनंद लिए कर रहे हैं, कुछ लोग चर्चा लिए कर रहे हैं, कुछ लोग अपनी पैंठ बनाने लिए कर रहे हैं। मतलब ये कि हर बंदा एको तरीके नाल जिंदगी नहीं जिउंदा। हर फील्ड विच हज़ारां बंदे हुंदे ने और हज़ारां बंदियां दी सोच एक दूजे नालों वखरी वखरी हुंदी है, वखरी वखरी। एक बंदा पाठ अपने लिए कर रहा है, एक बंदा पैसे लिए कर रहा है, एक बंदा दिखावे लिए कर रहा है, एक बंदा लुके कर रहा है, एक बंदा सिर्फ ये दसन की कोशिश कर रहा है कि मेरे पाप धोते जान, एक बंदा ये करने की कोशिश कर रहा है कि मैं पाठ कर रहा, लोग मेरे ते यकीन रखन, मेरे गुनाह किसी को पता ना लगन, मैं पर्दा पा लवां धर्म का। हर बंदा अपने तरीके नाल किसी चीज़ नूं यूज करने की कोशिश कर रहा है। निरलेप ते निरपक्ष रह के गलबात करन विच कोई कोई विरला ही है। निरलेप ते निरपक्ष। ते बाबा जी ने कह दिता, कहते कथ कथ कथी कोटी कोट कोट। कोटी मतलब करोड़ां ही। कथ कथ के बयान कर रहे ने। कथी कथया जा रहा है, कोटी करोड़ां, कोट कोट। ऐ मेरे मालिक जी तेरे वास्ते, तेरे लिए लखां ही करोड़ां ही
कथन वाले कथ कथ के बयान कर रहे ने, पर तेरा वर्णन नहीं किया जा सकता। तेरे कवन कवन गुण कह कह गावा, तू साहिब गुणी निधाना। तुमरी महिमा वर्ण न साकां, तू ठाकुर ऊच भगवाना। तू उच्चा ठाकुर है, तेरी महिमा नूं बयान नहीं किया जा सकता। हुण अगली गल थोड़ी जी होर गौर नाल सुणे। कोई कह रहा देंदा दे लैंदे थक पा। कोई कह रहा परमात्मा बड़ा कुछ दे रहा है, कोई लै लैके थक रहा। ये दोनों एंगलों तो गल नूं समझण दी बड़ी लोड़ है। देंदा दे लैंदे थक पा, आत्मक रूप विच भी गल नूं समझ लैना ते शरीरक रूप विच भी गल नूं समझ लैना। पहला आपां आत्मक रूप की गल कर लईए। कहते परमात्मा जी ने ज्ञान के भंडारे खोले हुए ने, बख्शिश कर रहे हैं, तेरे अंदर ही सब कुछ है। देंदा दे, उन्हें दे दिता तेरे अंदर गुणों का खजाना। जदों तैनूं जन्म दिता सी तेरे अंदर सब कुछ सी, पर हौली हौली की होया, वो गुणों के खजाने नूं वकारां ने लुट लिया ते तेरा वकारी जीवन बन गया। भाव कि विकारां वाले पासे लग गया। लैंदे थक पाहे, गुणों के खजाने दे विचों गुणों नूं ग्रहण करन दे लई तू थक जाना, थकिया महसूस करदा है। बुरे काम को उठ खलोआ, तेरी बिरती की बन गई। बुरे काम को उठ खलोआ, नाम की बेला पै पै सोया। जदों बुरे काम नूं करना सी उदों तकड़ा होके शेर बन गया। चंगियाई आलक करे, बुरियाई होए शेर। बुरे काम लई शेर बन गया। जो चंगी गल सी उदों आलस लोग आए कहणगे, विरोध करनगे, विरोध करनगे, ऐ करनगे। माड़े काम करन वाला बंदा कदे नहीं सोचदा, वो कहंदा कोई गल नहीं, कोई कहंदा ते कही जावे, मैं तो अपना काम करना है ना। नशा वेचण वाला कदे नहीं ये गल कहंदा लोग विरोध करनगे ते कोई करदा भी नहीं। सच है। आ गुरबाणी का प्रचार है ते इत्थे 100 बंदा विरोध वाला खड़ा हो जाएगा। उपराला करो सही, घरां च जा जाके प्रचार करन दा। चंगे मार्ग ते चलन लग्या 100 औकड़ां हुंदियां, ते जिन्हां ते भरोसा होवे कि ये सहयोगी होणगे वो भी लड़खड़ा जांदे ने, वो भी फिर मैदान छड्ड जांदे ने। कोई नहीं, माड़ियां नूं काम करन दिओ, आपां चंगियां ने ते अंदर ही बड़े रहना है, आपां अंदर बड़े रहो। माड़ियां नूं खुल दे दिओ भी तुसीं जो मर्जी आ करो। समाज विच एवें हो रहा। ये जिहड़ी गुरमत दी विचार है, ये लोकां तक पहुँचाउण वास्ते उपराला करन दा यतन करो। अपने अपने पिंडां विच, अपने अपने शहरां विच तुहाडा विरोध करन वाले सैकड़े खड़े हो जाणगे। एक ने विरोध कर दिता, नाल दी नाल शैंत ते नशा वेच के लोकां दे घरां नूं बर्बाद करन वाले दा विरोध करन लई तैयार ही नहीं, उत्थे नहीं करना पैना। ते बाबा जी कहने बुराई होए शेर, बुरे कामां लई शेर बन गया। बुरे काम को उठ खलोआ, बुरे कामां लई खड़ा हो गया। नाम के वेला पै पै सोया, जदों नाम जपण दा वेला सी, आ जिंदगी सी भई प्राप्त मनुख दे हरिया। हुण साडे बंदे इत्थे नाम जपण दी जिहड़ी गल है, नाम के वेला पै पै सोया दा अर्थ पता की कर दिंदे ने? कहंदे रात नूं सुत्ता रहिंदा है, 4 वजे उठ के नाम जपना हुंदा, उदों भी रजाई दब के पै जांदा है। लै दस, नाम की वेला पै पै सोया। आ जिंदगी रूपी वेला, आ जिंदगी जन्म तो लैके मौत तक ये वेला ही वेला है। इस वेले की गल है, ये वेला ही वेला है। इस वेले नूं संभाल भई प्राप्त मानुख दिओ हरिया। गोबिंद मिलन की ये तेरी बरिया, बारी है गोबिंद नूं मिलन दी। बारी कह लो, वेला कह लो, वक्त कह लो, समा कह लो, इक्को गल है। यह जिंदगी एक बारी मिलती, दूजी बारी नहीं मिलनी। इनू बुरियां आदतां विच पा के बर्बाद ना कर, चंगे पासे तुर। बाबा जी कहते तेरे अंदर ही परमात्मा ने सब कुछ प्रगट किया होया सी, पर तू अंदरों गुणा नूं इकट्ठा ना कर सकिया, तू पापां नूं इकट्ठा करन लग गया। उदाहरण दे दियां बाणी विचों, मत विच रतन, दुबारे पढ़ी लो नाल नाल, मत विच, मत दे विच जपजी बाणी दे विच हैगा है
ਮੱਤ ਵਿੱਚ, ਮੱਤ ਦੇ ਵਿੱਚ ਕੀ ਹੈ ਜੀ? ਰਤਨ, ਜਵੇਹਰ, ਮਾਨਕ ਹੈਗੇ ਆ ਨਾ। ਮੱਤ ਦੇ ਵਿੱਚ ਆ ਸਾਰਾ ਕੁਝ, ਤੇਰੀ ਮੱਤ ਦੇ ਅੰਦਰ, ਤੇਰੇ ਕੋਲ ਹੈ। ਜਨਮ ਤੋਂ ਕੋਈ ਬੰਦਾ ਚੁਗਲਖੋਰ ਨਹੀਂ ਹੁੰਦਾ, ਜਨਮ ਤੋਂ ਕੋਈ ਚੋਰ ਨਹੀਂ ਹੁੰਦਾ, ਜਨਮ ਤੋਂ ਕੋਈ ਵਿਚਾਰੀ ਨਹੀਂ ਹੁੰਦਾ। ਜੰਮਣ ਲੱਗੇ ਬੱਚੇ ਦੇ ਦਿਮਾਗ ਦੇ ਵਿੱਚ ਵਿਕਾਰ ਨਹੀਂ ਹੁੰਦੇ, ਉਹਦੇ ਅੰਦਰ ਸ਼ੁਭ ਗੁਣ ਹੁੰਦੇ ਨੇ, ਨਿਰਮਲ ਭਾਉ ਹੁੰਦਾ ਹੈ, ਪਰਮਾਤਮਾ ਦੀ ਯਾਦ ਹੁੰਦੀ ਹੈ। ਉਸ ਯਾਦ ਨਾਲ ਤੋੜਦਾ ਕੌਣ ਹੈ? ਅਸੀਂ ਆਪ ਤੋੜਦੇ ਹਾਂ, ਉਹਦੇ ਵਿੱਚ ਵਿਕਾਰ ਅਸੀਂ ਆਪ ਭਰਦੇ ਹਾਂ। ਉਸ ਨੂੰ ਉਹਦੀਆਂ ਚੰਗੀਆਂ ਆਦਤਾਂ ਵੱਲ ਪ੍ਰੇਰਿਤ ਨਹੀਂ ਕਰਦੇ। ਬੰਦਾ ਵੱਡਾ ਹੋ ਕੇ ਬੁਰੀਆਂ ਆਦਤਾਂ ਵੱਲ ਤੁਰ ਪੈਂਦਾ ਹੈ। ਬਾਬਾ ਜੀ ਕਹਿੰਦੇ ਬੁਰਿਆਈ ਜਿਹੜਾ ਹੈ, ਬੁਰਿਆਈ ਹੋਏ ਸ਼ੇਰ, ਬੁਰੀਆਂ ਗੱਲਾਂ ਲਈ ਸ਼ੇਰ ਬਣ ਜਾਂਦਾ ਹੈ, ਤੇ ਚੰਗੀਆਂ ਬਾਤਾਂ ਲਈ ਇਹ ਜਿਹੜਾ ਹੈ ਆਲਸ ਕਰ ਜਾਂਦਾ ਹੈ। ਮੱਤ ਵਿੱਚ ਰਤਨ, ਜਵਾਹਰ, ਮਾਨਕ। ਜੇ ਇੱਕ ਗੁਰ ਕੀ ਸਿੱਖ ਸੁਣੀ, ਜੇ ਇੱਕ ਗੁਰੂ ਦੀ ਸਿੱਖਿਆ ਨੂੰ ਸੁਣ ਲਿਆ ਜਾਏ ਤਾਂ ਇਹਦੇ ਅੰਦਰੋਂ ਹੀ ਰਤਨ, ਜਵੇਹਰ, ਮਾਨਕ ਪੈਦਾ ਹੋ ਜਾਂਦੇ ਨੇ। ਹੁੰਦਾ ਸਾਡੇ ਅੰਦਰ ਹੀ ਹੈ, ਪਰ ਬਾਹਰੋਂ ਥੋੜੀ ਜਿਹੀ ਚਿਣਗ ਲਾਉਣੀ ਪੈਂਦੀ। ਪਾਣੀ ਤੇ ਧਰਤੀ ਦੇ ਵਿੱਚ ਹੀ ਹੈ, ਨਲਕਾ ਲਾਇਆ ਸੀ ਪਰ ਬਾਹਰੋਂ ਪਾਣੀ ਤੁਹਾਨੂੰ ਪਾਉਣਾ ਹੀ ਪਵੇਗਾ ਕੱਢਣ ਵਾਸਤੇ, ਤੇ ਮੁੜ ਕੇ ਮੁੱਕਦਾ ਨਹੀਂ। ਕੋਸ਼ਿਸ਼ ਕਰੋ ਬਾਹਰੋਂ, ਦੇਖੋ ਹੈਗਾ ਤੇ ਅੰਮ੍ਰਿਤ ਸਾਡੇ ਵਿੱਚ ਹੀ ਹੈ, ਪਰ ਬਾਹਰੋਂ ਸਾਨੂੰ ਖੰਡੇ ਕੀ ਪੌਲ ਛਕਣੀ ਪੈਂਦੀ ਹੈ। ਬਾਹਰੋਂ ਵਾਹਿਗੁਰੂ 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 ਕਹਿਣਾ ਪੈਂਦਾ ਹੈ, ਹੈਗਾ ਉਹ ਅੰਦਰ ਹੀ ਹੈ। ਉਹ ਜਦੋਂ ਬਾਹਰੋਂ ਕਹਿੰਦੇ ਕਹਿੰਦੇ ਆ ਅੰਦਰ ਸੁਰਤ ਜੁੜ ਗਈ, ਫਿਰ ਅੰਦਰ ਹੀ ਅੰਦਰ ਸਭ ਕੁਝ ਚੱਲੀ ਜਾਂਦਾ। ਫਿਰ ਮਨੁੱਖ ਦਾ ਜੀਵਨ ਹੀ ਉਹਦੇ ਮੁਤਾਬਕ, ਉਹਦੇ ਮੁਤਲਕ ਬਣ ਜਾਂਦਾ। ਫਿਰ ਮਨੁੱਖ ਦਾ ਜੀਵਨ ਹੀ ਉਹਦੇ ਅਨੁਸਾਰ ਹੋ ਜਾਂਦਾ ਹੈ। ਉਹਦੇ ਸੁਭਾਅ ਵਿੱਚ ਗੁਰੂ ਦੀਆਂ ਬਾਤਾਂ ਟਿਕ ਜਾਂਦੀਆਂ, ਉਹ ਆਪਣੇ ਸੁਭਾਅ ਵਿੱਚ ਗੁਰੂ ਦੇ ਸਿਧਾਂਤਾਂ ਨੂੰ ਪੱਕਿਆਂ ਕਰ ਲੈਂਦਾ, ਉਹਦਾ ਸੁਭਾਅ ਬਣ ਜਾਂਦਾ। ਉਹ ਦੁਨੀਆਦਾਰੀ ਤੋਂ ਦੂਰ ਹੋ ਜਾਂਦਾ, ਦੁਨਿਆਵੀ ਗੱਲਾਂ ਤੋਂ ਦੂਰ ਹੋ ਜਾਂਦਾ, ਰਹਿੰਦਾ ਦੁਨੀਆ ਵਿੱਚ ਹੀ ਹੈ। ਤੇ ਬਾਬਾ ਜੀ ਨੇ ਇੱਥੇ ਗੱਲ ਆਖੀ, ਕਹਿੰਦੇ ਦੇਂਦਾ ਦੇ ਲੈਂਦੇ ਥੱਕ ਪਾਹੇ, ਮਾਲਕ ਨੇ ਤੇਰੇ ਅੰਦਰ ਗੁਣਾਂ ਦਾ ਖਜ਼ਾਨਾ ਦਿੱਤਾ ਸੀ, ਲੈਣ ਵੇਲੇ ਤੂੰ ਥੱਕ ਗਿਆ, ਟੁੱਟ ਗਿਆ। ਗੁਰੂ ਜੀ ਤਾਂ ਕਿਰਪਾ ਕਰ ਰਹੇ ਆ, ਕੋਈ ਸੁਸਤ ਹੋ ਕੇ ਪੈ ਗਿਆ ਤੇ ਕੋਈ ਅਲਰਟ ਹੋ ਕੇ ਗੁਰਬਾਣੀ ਦੀ ਵਿਚਾਰ ਤੋਂ ਸਿੱਖ ਕੇ ਆਪਣਾ ਜੀਵਨ ਬਦਲ ਗਿਆ। ਉਦਾਹਰਨ ਦੇ ਦਿਆਂ, ਸਕੂਲ ਦੇ ਵਿੱਚ ਇੱਕ ਕਲਾਸ ਲੱਗੀ, ਕਲਾਸ ਦੇ ਵਿੱਚ ਟੀਚਰ ਪੜ੍ਹਾ ਰਿਹਾ, ਇੱਕ ਬੰਦਾ ਤੇ ਘੁੱਗੀਆਂ ਕਬੂਤਰ ਬਾਈ ਜਾਵੇ, ਇੱਕ ਬੱਚਾ, ਤੇ ਇੱਕ ਬੱਚਾ ਟੀਚਰ ਦੀ ਗੱਲ ਨੂੰ ਸੁਣ ਰਿਹਾ। ਪੇਪਰ ਆਇਆ, ਘੁੱਗੀਆਂ ਕਬੂਤਰ ਬਾਉਣ ਵਾਲਾ ਫੇਲ ਹੋ ਗਿਆ ਤੇ ਪੜ੍ਹਨ ਵਾਲਾ ਪਾਸ ਹੋ ਗਿਆ। ਦੇਣ ਵਾਲੇ ਨੇ ਤਾਂ ਦਿੱਤਾ ਹੀ ਹੈ ਨਾ, ਟੀਚਰ ਨੇ ਗਿਆਨ ਬਖਸ਼ਿਆ। ਲੈਂਦੇ ਥੱਕ ਪਾਹੇ, ਇੱਕ ਥੱਕ ਗਿਆ, ਆਲਸ ਕਰ ਗਿਆ, ਤੇ ਇੱਕ ਅਲਰਟ ਹੋ ਕੇ ਉਹਦੀਆਂ ਗੱਲਾਂ ਨੂੰ ਸੁਣਦਾ ਰਿਹਾ ਤੇ ਉਹ ਪਾਸ ਹੋ ਗਿਆ। ਬਸ ਆਹੀ ਤਾਂ ਕਹਾਣੀ ਹੈ ਸਾਰੀ। ਇੱਥੇ ਕੰਮ ਕਰਨ ਦੀ ਲੋੜ, ਇੱਥੇ ਮਿਹਨਤ ਕਰਨ ਦੀ ਲੋੜ ਹੈ ਮਨੁੱਖ ਨੂੰ। ਮਨੁੱਖ ਮਿਹਨਤ ਨਹੀਂ ਕਰਨਾ ਚਾਹੁੰਦਾ, ਬਸ ਆਪਣੇ ਮੁਤਾਬਕ ਬਾਣੀ ਦੇ ਅਰਥ ਬਦਲ ਕੇ ਧਰਤੇ। ਆਖੇ ਪ੍ਰਮਾਤਮਾ ਦੇਈ ਜਾਂਦਾ ਤੇ ਅਸੀਂ ਖਾਈ ਜਾਂਦੇ ਹਾਂ, ਅਸੀਂ ਮੁੱਕ ਜਾਂਦੇ ਹਾਂ, ਪ੍ਰਮਾਤਮਾ ਦੇਣ ਵਾਲਾ ਦੇਈ ਜਾਂਦਾ, ਤੇ ਗੱਲਾਂ ਦੋਵੇਂ ਹੀ ਆ। ਬਾਬੇ ਦੀ ਬਾਣੀ ਵਿੱਚ ਦੂਸਰਾ ਜ਼ਿਕਰ ਪੜ੍ਹ ਲਈਏ, ਕਹਿੰਦੇ ਖਾਂਦਿਆਂ ਖਾਂਦਿਆਂ ਮੂੰਹ ਇਕੱਠਾ ਪਹਿਨਦਿਆਂ ਸਭ ਅੰਗ, ਕੱਪੜਾ ਪਾਉਂਦਿਆਂ ਪਾਉਂਦਿਆਂ ਸਰੀਰ ਘਸ ਜਾਂਦਾ ਹੈ, ਖਾਂਦਿਆਂ ਖਾਂਦਿਆਂ ਮੂੰਹ ਘਸ ਜਾਂਦਾ ਹੈ। ਅਖੀਰ ਕੀ ਹੁੰਦਾ ਜੀ? ਮਨੁੱਖ ਮਰ ਜਾਂਦਾ ਹੈ, ਪਰ ਖਾਣ ਵਾਲੀਆਂ ਚੀਜ਼ਾਂ ਤੇ ਉਵੇਂ ਪਈਆਂ ਰਹਿ ਜਾਂਦੀਆਂ। ਜਿਹੜੇ ਦੂਜੇ ਲੋਟ ਵੇਖੀਏ ਤਾਂ ਦੋਵੇਂ ਪੱਖ ਨੇ। ਆਤਮਿਕ ਰੂਪ ਦੇ ਵਿੱਚ ਸਾਡੇ ਅੰਦਰ ਪ੍ਰਮਾਤਮਾ ਨੇ ਗੁਣਾਂ ਦਾ ਖਜ਼ਾਨਾ ਟਿਕਾਇਆ ਹੋਇਆ ਹੈ, ਜਿਸ ਨੂੰ ਲੈਣ ਲਈ ਮਨੁੱਖ ਤਿਆਰ ਨਹੀਂ, ਔਗਣਾ ਵਾਲੇ ਪਾਸੇ ਦੌੜ ਗਿਆ ਹੈ, ਗੁਣ ਇਕੱਠੇ ਕਰਨ ਵਾਲੇ ਪਾਸੇ ਨੂੰ ਆਲਸ ਆਉਂਦੀ ਹੈ। ਤੁਸੀਂ ਵੇਖੋ, ਟੈਲੀਵਿਜ਼ਨ ਲੱਗਿਆ ਹੋਵੇ, ਤੁਹਾਡਾ ਬੱਚਾ 2 ਘੰਟੇ ਟੈਲੀਵਿਜ਼ਨ ਵੇਖ ਲਏਗਾ, ਗੇਮ ਖੇਡ ਲਏਗਾ। ਆਹ ਲੋਕਡਾਊਨ ਦੇ ਵਿੱਚ ਤੇ ਬੱਚਿਆਂ ਦਾ ਬਹੁਤ ਬੁਰਾ ਹਾਲ ਹੈ। ਤੁਸੀਂ ਬੱਚੇ ਨੂੰ ਕਹਿ ਦਿਓ ਬੇਟਾ ਪੜ੍ਹ ਲੈ, ਬੱਚਾ ਕਹਿੰਦਾ ਨੀਂਦ ਆਉਂਦੀ ਹੈ, ਚਾਹ ਬਣਾ ਦੇਖੋ ਥੋੜ੍ਹੀ ਜਿਹੀ। ਮੈਂ ਬੱਚਿਆਂ ਦੀ ਗੱਲ ਕਰਦਾ। ਬੱਚੇ ਨੂੰ ਤੁਸੀਂ ਕਹੋ ਪੜ੍ਹ ਲੈ, ਮੈਂ ਥੱਕ ਗਿਆ, ਨੀਂਦ ਆਉਂਦੀ ਹੈ। 2 ਮਿੰਟ ਕਾਪੀ ਫੜਦਾ, ਮੈਂ ਥੱਕ ਗਿਆ। ਟੀਵੀ ਲਾ ਦਿਓ, ਗੇਮ ਦੇ ਦਿਓ, ਫੋਨ ਦੇ ਦਿਓ, ਬੱਚਾ 2-2, 3-3 ਘੰਟੇ ਨਹੀਂ ਛੱਡਦਾ। ਵਜ੍ਹਾ ਉਹਦਾ ਮਨ ਉੱਧਰ ਲੱਗ ਗਿਆ ਨਾ। ਉਹਦੇ ਮਨ ਨੂੰ ਉਹ ਚੀਜ਼ ਚੰਗੀ ਲੱਗੀ, ਉਹਦੇ ਮਨ ਨੂੰ ਹੁਣ ਪੜ੍ਹਾਈ ਨਹੀਂ, ਮੋਬਾਇਲ ਚੰਗਾ ਲੱਗਦਾ। ਉਹ ਮੋਬਾਇਲ 'ਤੇ 3 ਘੰਟੇ ਵੀ ਗੇਮ ਖੇਡ ਲੂਗਾ, ਪੜ੍ਹਾਈ ਵਾਲੇ ਪਾਸਿਓਂ 3 ਮਿੰਟ ਨਹੀਂ ਕੱਢ ਰਿਹਾ। ਫਿਰ ਅਸੀਂ ਕੀ ਕਹਿੰਦੇ ਹਾਂ ਭਲਾ? ਮੇਰੇ ਵੀ ਬੱਚੇ ਇੱਦਾਂ ਹੀ ਕਰਦੇ ਆ, ਮੈਂ ਵੀ ਇੱਦਾਂ ਹੀ ਕਹਿੰਦਾ। ਜਦੋਂ ਸਕੂਲ ਲੱਗ ਗਏ ਨਾ, ਉਦੋਂ ਥੋੜ੍ਹਾ ਜਿਹਾ ਫਰਕ ਪਊਗਾ, ਨਹੀਂ ਤਾਂ ਨਿਆਣੇ ਵਿਗੜ ਗਏ।
ਹੁਣ ਸਾਰੀ ਦਿਹਾੜੀ ਨਿਆਣੇ ਵਿਗੜ ਗਏ। ਆਪਾਂ ਇਹੀ ਗੱਲ ਕਹਿੰਦੇ ਹਾਂ, ਸਕੂਲ ਲੱਗ ਜਾਣਗੇ, ਹੌਲੀ ਹੌਲੀ ਬੱਚਿਆਂ 'ਚ ਸੁਧਾਰ ਆ ਜਾਊਗਾ। ਇਹ ਸਾਡੀ ਦੁਨਿਆਵੀ ਉਦਾਹਰਣ ਹੈ, ਪਰ ਇਹਨੂੰ ਸਮਝਿਓ ਆਪਣੇ ਆਪ ਤੇ ਲਾ ਕੇ। ਜਦੋਂ ਧਰਮ ਦੀ ਗੱਲ ਹੈ ਉਦੋਂ ਮਨੁੱਖ ਜਿਹੜਾ ਆਲਸੀ ਬਣ ਜਾਂਦਾ ਹੈ। ਜਦੋਂ ਬੁਰੇ ਕੰਮਾਂ ਦੀ ਗੱਲ ਹੈ ਉਦੋਂ ਬੰਦਾ ਚੁਗਲੀ ਸੁਣਨੀ, ਦੁਬਾਰੇ ਦੱਸੀ, ਬਾਣੀ ਦੀ ਵਿਚਾਰ ਹੈ, ਕਦੇ ਮੁੜ ਕੇ ਦੁਬਾਰੇ ਨਹੀਂ ਪੜ੍ਹਦਾ। ਨਿੰਦਾ ਕਰਨੀ ਦੁਬਾਰੇ ਕਰੂਗਾ, ਬਾਣੀ ਦੀ ਵਿਚਾਰ, ਬਾਣੀ ਦਾ ਪਾਠ ਦੁਬਾਰੇ ਨਹੀਂ ਕਰਦਾ, ਕਿਉਂਕਿ ਇਹਦੇ ਸੁਭਾਅ ਦੇ ਵਿੱਚ ਬੁਰਿਆਈ ਆ ਗਈ ਹੈ, ਚੰਗਿਆਈ ਅਲੋਪ ਹੋ ਗਈ ਹੈ। ਤੇ ਗੁਰੂ ਸਾਹਿਬ ਨੇ ਇੱਥੇ ਕਹਿ ਦਿੱਤਾ, ਕਹਿੰਦੇ ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾਂ ਜੁਗੰਤਰ ਖਾਹੀ ਖਾਹੇ। ਕਹਿੰਦੇ ਜੁਗਾਂ ਜੁਗਾਂ ਤੋਂ ਲੋਕ ਖਾ ਰਹੇ ਨੇ, ਉਹ ਪਰਮਾਤਮਾ ਦੇਣ ਵਾਲਾ ਦੇ ਰਿਹਾ ਹੈ ਤੇ ਲੋਕ ਖਾ ਖਾ ਕੇ ਥੱਕ ਰਹੇ ਨੇ। ਆਤਮਿਕ ਰੂਪ ਦੇ ਵਿੱਚ ਗੁਣ ਤੇ ਬਾਹਰੀ ਰੂਪ ਦੇ ਵਿੱਚ ਪਦਾਰਥ, ਬਾਹਰੀ ਰੂਪ ਵਿੱਚ ਪਦਾਰਥ। ਅਗਲੀ ਗੱਲ ਕਹਿੰਦੇ ਹੁਕਮੀ ਹੁਕਮ ਚਲਾਏ ਰਾਹ। ਉਸ ਹੁਕਮੀ ਨੇ, ਹੁਕਮ ਕਰਨ ਵਾਲੇ ਪਰਮਾਤਮਾ ਨੇ ਇਹ ਰਾਹ ਚਲਾਏ ਨੇ। ਕੋਈ ਚੰਗੇ ਮਾਰਗ ਤੇ ਸੰਜੋਗ ਵਿਜੋਗ ਦੋਏ ਕਾਰ ਚਲਾਵੈਂ, ਲਿਖੇ ਆਵੈਂ ਭਾਗ। ਇਹ ਉਸ ਪਰਮਾਤਮਾ ਨੇ ਰਾਹ ਚਲਾਏ ਨੇ। ਇਹ ਕੋਈ ਕਿਸੇ ਪਾਸੇ, ਕੋਈ ਕਿਸੇ ਪਾਸੇ, ਆਪਣੇ ਆਪਣੇ ਤਰੀਕੇ ਨਾਲ ਪਰਮਾਤਮਾ ਦੀ ਵਡਿਆਈ ਕੋਈ ਕਿਵੇਂ ਤੇ ਕੋਈ ਕਿਵੇਂ ਕਰ ਰਿਹਾ ਹੈ। ਅੱਗੇ ਬਾਬਾ ਜੀ ਕਹਿਣ ਲੱਗੇ, ਨਾਨਕ ਵਿਗਸੈ ਬੇਪਰਵਾਹ। ਹੈ ਨਾਨਕ ਉਹ ਨਿਰੰਕਾਰ ਬੇਪਰਵਾਹ ਤੇ ਪ੍ਰਸੰਨ ਹੈ, ਉਹ ਇਹਨਾਂ ਗੱਲਾਂ ਤੋਂ ਪਰੇ ਹੈ। ਉਹ ਨਿਰੰਕਾਰ ਬੇਅੰਤਤਾ ਦਾ ਸੋਮਾ ਹੈ, ਕਰੋੜਾਂ ਹੀ ਲੋਕ ਉਹਨੂੰ ਬਿਆਨ ਕਰੀ ਜਾਣ। ਬਾਬਾ ਜੀ ਕਹਿੰਦੇ ਮੇਰੇ ਮਾਲਕਾ ਤੇਰਾ ਅੰਤ ਨਹੀਂ ਪੈ ਸਕਦਾ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ। ਬਸ ਇਸ ਗੱਲ ਤੇ ਕੇਂਦਰਿਤ ਰਹਿਣਾ। ਗੱਲਾਂ ਜਿਵੇਂ ਮਰਜ਼ੀ ਕਰੋ, ਰੱਬ ਦੀ ਵਡਿਆਈ ਜਿਵੇਂ ਤੁਹਾਨੂੰ ਆਉਂਦੀ ਉਵੇਂ ਕਰੋ। ਬਾਬਾ ਜੀ ਨੇ ਕਹਿਤਾ ਲੋਕ ਐਵੇਂ ਐਵੇਂ ਕਰ ਰਹੇ ਨੇ, ਪਰ ਅਖੀਰ ਕਹਿ ਦਿੱਤਾ ਨਾਨਕ ਵਿਗਸੈ ਬੇਪਰਵਾਹ। ਉਹ ਪਰਮਾਤਮਾ ਬੇਪਰਵਾਹ ਹੈ, ਇਹਨਾਂ ਚੀਜ਼ਾਂ ਤੋਂ ਪਰੇ ਹੈ। ਉਹ ਪਰਮਾਤਮਾ ਕੁਦਰਤ ਵਿੱਚ ਵਸਿਆ ਹੋਇਆ ਹੈ ਤੇ ਉਸ ਕੁਦਰਤ ਵਿੱਚ ਵਸੇ ਹੋਏ ਪਰਮਾਤਮਾ ਦਾ ਅੰਤ ਨਹੀਂ ਪੈ ਸਕਦਾ। ਇਹ ਗੱਲ ਗੁਰੂ ਨਾਨਕ ਸਾਹਿਬ ਨੇ ਅਖੀਰ ਆਪਣੇ ਸ਼ਬਦਾਂ 'ਚ ਕਹਿ ਦਿੱਤੀ ਤੇ ਸਾਨੂੰ ਕਿਹਾ ਕਿ ਰੱਬ ਦੀ ਬੰਦਗੀ ਕਰੋ, ਪਰ ਅੰਤ ਪਾਉਣ ਵਾਲੇ ਪਾਸੇ ਨਾ ਤੁਰਿਓ। ਤੁਸੀਂ ਅੰਤ ਨਹੀਂ ਪਾ ਸਕੋਗੇ। ਹਾਂ, ਤੁਸੀਂ ਉਹਦੇ ਵਿੱਚ ਅਭੇਦ ਹੋ ਸਕਦੇ ਹੋ, ਉਹਨੂੰ ਤੁਸੀਂ ਨਹੀਂ ਪਕੜ ਸਕਦੇ, ਤੁਸੀਂ ਉਹਦੇ ਵਿੱਚ ਲੀਨ ਹੋ ਸਕਦੇ। ਸਮੁੰਦਰ ਵਿੱਚ ਪਾਣੀ ਦਾ ਇੱਕ ਲੋਟਾ ਲੀਨ ਹੋ ਸਕਦਾ ਹੈ, ਪਰ ਲੋਟੇ ਵਿੱਚ ਸਮੁੰਦਰ ਨਹੀਂ ਆ ਸਕਦਾ। ਪਰ ਲੋਟੇ ਵਿੱਚ ਪਿਆ ਪਾਣੀ ਵੀ ਤੇ ਸਮੁੰਦਰ ਦਾ ਹੀ ਹੈ। ਇਹ ਮਨੁੱਖ, ਤੇਰੇ ਵਿੱਚ ਵੀ ਪਰਮਾਤਮਾ ਦੀ ਹੀ ਜੋਤ ਹੈ। ਤੂੰ ਪਰਮਾਤਮਾ ਨੂੰ ਆਪਣੇ ਵਿੱਚ ਨਹੀਂ ਸਮਾ ਸਕਦਾ, ਲੇਕਿਨ ਤੂੰ ਪਰਮਾਤਮਾ ਦੇ ਵਿੱਚ ਸਮਾ ਸਕਦਾ ਹੈ। ਉਹਦਾ ਅੰਤ ਪਾਉਣ ਵਾਲੀ ਗੱਲ ਗਲਤ ਹੈ। ਅੰਤ ਨਹੀਂ ਪਾਉਣਾ, ਜਿੰਨੀ ਕੁ ਸਮਰੱਥ ਹੈ ਉਸ ਹਿਸਾਬ ਨਾਲ ਆਪਣੀ ਜ਼ਿੰਦਗੀ ਵਿੱਚ ਪਰਮਾਤਮਾ ਨੂੰ ਲੈ ਕੇ ਜ਼ਰੂਰ ਆ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਹੋਈਆਂ ਬਿਆਨ, ਭੁੱਲਾਂ ਦੀ ਖਿਮਾ। ਗੁਰਫਤਿਹ ਕਰੋ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।